ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ PSSS ਬੋਰਡ ਵੱਲੋਂ ਕੱਢੀਆਂ ਜਾ ਰਹੀਆਂ ਨੌਕਰੀਆਂ ਧੜਾ ਧੜ ਤੇ ਉਹਦੇ ਵਾਸਤੇ ਆਪਾਂ ਤਿਆਰੀ ਕਰ ਰਹੇ ਇੱਥੇ ਬਹੁਤ ਵਧੀਆ ਢੰਗ ਦੇ ਨਾਲ ਕੰਪਿਊਟਰ ਦੀ ਤੇ ਨਾਲ ਹੀ ਆਪਣੇ ਚੈਨਲ ਤੇ ਕਰਾਈ ਜਾ ਰਹੀ ਹੈ ਪੰਜਾਬ ਜੀਕੇ ਬਹੁਤ ਹੀ ਵਿਸਤਾਰ ਪੂਰਵਕ ਤੇ ਉਹ ਵੀ ਜ਼ਰੂਰ ਦੇਖਿਆ ਕਰੋ ਤੇ ਨਾਲ ਆਪਾਂ ਵੀਕਐਂਡ ਤੇ ਕਰਾਂਗੇ ਜੀ ਕਰੰਟ ਅਫੇਅਰ। ਤਾਂ ਚਲੋ ਸਟਾਰਟ ਕਰਦੇ ਹਾਂ। ਅੱਜ ਜਿਹੜਾ ਮੈਂ ਪੇਪਰ ਕਰਾਉਣ ਜਾ ਰਿਹਾ ਰਾਜੇ ਇਹ ਹੈਗਾ ਜੀ ਪੇਪਰ ਆਪਣਾ PSSS ਬੋਰਡ ਨੇ ਜਨਵਰੀ 2021 ਦੇ ਵਿੱਚ ਲਿਆ ਸੀਗਾ ਅਸਿਸਟੈਂਟ ਸੁਪਰਡੈਂਟੈਂਟ ਆਫ ਦਾ ਜੇਲ੍ਹ। ਤਾਂ ਇਹ ਪੇਪਰ ਮੇਰੇ ਦਿਲ ਦੇ ਬਹੁਤ ਨੇੜੇ ਆ ਕਿਉਂਕਿ ਇਸ ਪੇਪਰ ਨੇ ਹੀ ਆਪਣੇ ਚੈਨਲ ਦੀ ਜਾਣ ਪਛਾਣ ਬਣਾਈ ਸੀਗੀ ਪੰਜਾਬ ਦੇ ਵਿੱਚ। ਉਸ ਟਾਈਮ ਤੇ ਪਹਿਲੀ ਵਾਰੀ ਨੋਟਸ ਤਿਆਰ ਕੀਤੇ ਗਏ ਸੀ ਮੇਰੇ ਵੱਲੋਂ ਤੇ ਇਸ ਪੇਪਰ ਦੇ ਵਿੱਚ 20 ਕੁਐਸਚਨ ਆਏ ਸੀ। 20 ਦੇ ਵਿੱਚੋਂ 18 ਕੁਐਸਚਨ ਡਾਇਰੈਕਟਲੀ ਆਪਣੀ PDF ਦੇ ਵਿੱਚੋਂ ਆਏ ਸੀ ਜਾਂ ਆਪਾਂ ਕਹਿ ਸਕਦੇ ਹਾਂ ਆਪਣੇ ਚੈਨਲ ਤੋਂ ਆਏ ਸੀ। ਤਾਂ ਕਹਿਣ ਦਾ ਮਤਲਬ ਤਿਆਰੀ ਕਰਨ ਦਾ ਢੰਗ ਕੀ ਆ, ਬਿਲਕੁਲ ਸੌਖਾ ਹੈ। ਥਿਊਰੀ ਕਰੋ, ਜੇ ਥਿਊਰੀ ਤੁਸੀਂ ਕਰ ਲਈ ਹੈ ਤਾਂ 2 ਵਾਰੀ ਰਿਪੀਟ ਕਰ ਲਓ ਥਿਊਰੀ ਨੂੰ, ਉਸ ਤੋਂ ਬਾਅਦ ਡਾਇਰੈਕਟ ਤੁਸੀਂ MCQ ਕਰ ਸਕਦੇ ਹੋ। ਔਰ MCQ ਦੀਆਂ ਮੈਰਾਥਨ ਕਲਾਸਿਸ ਵੀ ਪਈਆਂ ਨੇ। ਬਾਕੀ ਇਹ PYQ ਜਿਹੜੀ ਸੀਰੀਜ਼ ਆਪਾਂ ਚਲਾਈ ਹੋਈ ਹੈ ਇਹ ਤਾਂ ਮੋਸਟ ਇੰਪੋਰਟੈਂਟ ਹੈ ਕਿਉਂਕਿ ਇੱਥੋਂ ਹੀ ਕੁਐਸਚਨ ਨਿਕਲ ਕੇ ਆਉਣੇ ਆ। ਔਰ ਪੰਜਾਬ ਦੇ ਵਿੱਚ PSSS ਬੋਰਡ ਵੱਲੋਂ ਬੇਸਿਕਲੀ ਜ਼ਿਆਦਾਤਰ ਰਿਪੀਟ ਹੁੰਦੇ ਆ ਕੁਐਸਚਨ। ਤਾਂ ਚਲੋ ਜੀ ਸਟਾਰਟ ਕਰਦੇ ਆਪਾਂ ਅੱਜ ਦੀ ਕਲਾਸ ਬਹੁਤ ਵਧੀਆ ਢੰਗ ਦੇ ਨਾਲ। ਤੇ ਲਾਈਕ ਸ਼ੇਅਰ ਤੁਸੀਂ ਕਰ ਹੀ ਦੇਣੀ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਬੱਚੇ ਚੈਨਲ ਤੇ ਨੇ ਨਵੇਂ ਬਿਲਕੁਲ ਪਹਿਲੀ ਵਾਰੀ ਦੇਖ ਰਹੇ ਆ। ਤਾਂ ਚਲੋ ਜੀ ਪਹਿਲਾ ਕੁਐਸਚਨ ਵੱਲ ਵਧਦੇ ਆਪਾਂ। ਤਾਂ ਸੌਖਾ ਲੈਵਲ ਸੀਗਾ। ਦੇਖੋ ਪਹਿਲਾ ਕੁਐਸਚਨ ਬਹੁਤ ਸੌਖਾ ਹੈ, ਤੁਸੀਂ ਇਹਦਾ ਈਜ਼ੀਲੀ ਆਨਸਰ ਕਰ ਸਕਦੇ ਹੋ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਦਾ ਬ੍ਰੇਨ ਆਫ ਦਾ ਕੰਪਿਊਟਰ। ਤਾਂ ਕੰਪਿਊਟਰ ਦਾ ਦਿਮਾਗ ਕੌਣ ਹੈ ਜੀ? ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਆਪਾਂ ਕਹਿ ਦਿੰਦੇ ਆ CPU। ਕਿਉਂਕਿ ਇਹਦੇ ਵਿੱਚ ਹੀ ਪ੍ਰੋਸੈਸਰ ਲੱਗਾ ਹੁੰਦਾ ਜਿਹੜਾ ਸਾਰੀ ਪ੍ਰੋਸੈਸਿੰਗ ਕਰਦਾ। ਇਹਦੇ ਵਿੱਚ ਹੀ ਕੰਟਰੋਲ ਯੂਨਿਟ ਹੁੰਦਾ ਜਿਹੜਾ ਕਿ ਕੰਟਰੋਲ ਕਰਦਾ। ਇਹਦੇ ਵਿੱਚ ਹੀ ALU ਹੁੰਦਾ ਜਿਹਨੂੰ ਕਹਿੰਦੇ ਆਪਾਂ ਅਰਥਮੈਟਿਕ ਲੌਜਿਕ ਯੂਨਿਟ, ਜਿਹੜਾ ਕਿ ਸਾਰੀਆਂ ਅਰਥਮੈਟਿਕ ਤੇ ਲੌਜੀਕਲ ਜਿੰਨੀਆਂ ਵੀ ਐਕਸਪ੍ਰੈਸ਼ਨ ਹੁੰਦੀਆਂ ਸਟੇਟਮੈਂਟਸ ਹੁੰਦੀਆਂ ਉਹਨਾਂ ਨੂੰ ਕੀ ਕਰਦੇ ਨੇ? ਪ੍ਰੋਸੈਸ ਕਰਦੇ ਨੇ। ਤਾਂ ਕਲੀਅਰ ਹੈ। ਹਾਰਡ ਡਿਸਕ ਬਾਰੇ ਆਪਾਂ ਨੂੰ ਪਤਾ ਹੀ ਹੈ ਰਾਜੇ। ਹਾਰਡ ਡਿਸਕ ਕੀ ਹੁੰਦੀ ਹੈ? ਇੱਕ ਸੈਕੰਡਰੀ ਮੈਮਰੀ ਹੁੰਦੀ ਹੈ ਤੇ ਨਾਨ ਵੋਲੇਟਾਈਲ ਹੁੰਦੀ ਹੈ। ਨਾਨ ਵੋਲੇਟਾਈਲ ਦਾ ਮਤਲਬ ਕੀ ਹੁੰਦਾ ਕਿ ਜਦੋਂ ਆਪਾਂ ਕੰਪਿਊਟਰ ਨੂੰ ਬੰਦ ਕਰ ਦਈਏ ਤਾਂ ਉਹਦੇ ਵਿੱਚ ਜਿਹੜਾ ਡਾਟਾ ਪਿਆ ਹੁੰਦਾ ਉਹ ਕਦੇ ਵੀ ਅਰੇਜ਼ ਨਹੀਂ ਹੁੰਦਾ, ਪਰਮਾਨੈਂਟ ਸਟੋਰ ਹੁੰਦਾ ਹੈ। ਤਾਂ ਮੈਮਰੀ ਕੀ ਹੁੰਦੀ ਹੈ ਰਾਜੇ? ਮੈਮਰੀ ਹੁੰਦੀ ਹੈ ਜਿਵੇਂ ਆਪਾਂ ਮੇਨ ਮੈਮਰੀ ਹੁੰਦੀ ਹੈ, ਜਿਵੇਂ ਕੰਪਿਊਟਰ ਦੇ ਵਿੱਚ ਇੱਕ ਮੇਨ ਮੈਮਰੀ ਹੁੰਦੀ ਜਿਹਨੂੰ ਕਹਿ ਦਿੰਦੇ ਆ ਸੈਮੀ ਕੰਡਕਟਰ ਮੈਮਰੀ ਲਾਈਕ ਰੈਮ। ਪਰ ਰੈਮ ਕੀ ਹੁੰਦਾ ਜੀ? ਵੋਲੇਟਾਈਲ ਹੁੰਦਾ। ਜਦੋਂ ਤੁਸੀਂ ਕੰਪਿਊਟਰ ਨੂੰ ਬੰਦ ਕਰਤਾ ਜਾਂ ਲਾਈਟ ਚਲੀ ਗਈ ਐਕਸੀਡੈਂਟਲੀ ਤਾਂ ਕੀ ਹੋਊਗਾ? ਤੁਹਾਡੇ ਕੰਪਿਊਟਰ ਦਾ ਡਾਟਾ ਕੀ ਹੋ ਜਾਊਗਾ? ਰੇਜ਼ ਹੋ ਜਾਊਗਾ। ਕਹਿਣ ਦਾ ਮਤਲਬ ਜਿੰਨੀ ਵਾਰੀ ਕੰਪਿਊਟਰ ਔਨ ਆਫ ਹੋਊਗਾ ਤਾਂ ਮੈਮਰੀ ਦੇ ਵਿੱਚ ਜਿਹੜਾ ਡਾਟਾ ਹੈਗਾ ਉਹ ਅਰੇਜ਼ ਹੋ ਜਾਊਗਾ ਕਿਉਂਕਿ ਇਹ ਟੈਂਪਰੇਰੀਲੀ ਸਟੋਰ ਕਰਦੀ ਹੈ ਡਾਟਾ ਨੂੰ। ਤਾਂ ਇਹ ਹੈਗੀ ਹੈ ਜੀ ਵੋਲੇਟਾਈਲ ਇਨ ਨੇਚਰ। ਤੇ ਕੀਬੋਰਡ ਬਾਰੇ ਤੁਹਾਨੂੰ ਪਤਾ ਹੀ ਹੈ ਰਾਜੇ, ਕੀਬੋਰਡ ਮੈਂ ਕਰਵਾਇਆ ਹੋਇਆ ਇਨਪੁਟ ਆਊਟਪੁੱਟ ਡਿਵਾਈਸਿਸ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ। ਤਾਂ ਚੱਲਦੇ ਹਾਂ ਜੀ, ਇਹਦਾ ਆਨਸਰ ਸੀਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ। ਅੱਗੇ ਗੱਲ ਕਰੀਏ ਜੀ, ਕਹਿੰਦਾ ਵਾਟ ਇਜ਼ ਦਾ ਨੇਮ ਆਫ ਦਾ ਸੁਪਰ ਕੰਪਿਊਟਰ ਡਿਵੈਲਪਡ ਇਨ ਇੰਡੀਆ। ਤਾਂ ਇੰਡੀਆ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਰਾਜੇ ਕਿਹੜੀ ਸੀਰੀਜ਼ ਚੱਲ ਰਹੀ ਹੈ? ਪਰਮ ਸੀਰੀਜ਼ ਚੱਲ ਰਹੀ ਹੈ। ਤਾਂ ਜਿੰਨੇ ਕੰਪਿਊਟਰ ਚੱਲ ਰਹੇ ਆ ਪਰਮ ਸੀਰੀਜ਼ ਦੇ ਚੱਲ ਰਹੇ ਆ। ਇੰਡੀਆ ਦਾ ਜਿਹੜਾ ਪਹਿਲਾ ਸੁਪਰ ਕੰਪਿਊਟਰ ਸੀ ਰਾਜੇ ਉਹ ਵੀ ਪਰਮ 8000 ਸੀਗਾ। ਤੇ ਜਿਹੜਾ ਹੁਣ ਹੈਗਾ ਜੀ ਪਰਮ ਪ੍ਰਵੇਗਾ, ਠੀਕ ਹੈ ਜੀ, ਇਸ ਟਾਈਮ ਜਿਹੜਾ ਲੇਟੈਸਟ ਹੈ ਉਹ ਬਣਾਇਆ ਗਿਆ ਜਨਵਰੀ 2022 ਦੇ ਵਿੱਚ ਪਰਮ ਪ੍ਰਵੇਗਾ। ਉਹ ਮੈਂ ਕਰਵਾਇਆ ਹੋਇਆ ਆਲਰੇਡੀ ਤੁਹਾਨੂੰ, ਠੀਕ ਹੈ ਜੀ ਪਹਿਲਾਂ। ਤਾਂ ਇਹਦਾ ਰਾਈਟ ਆਨਸਰ ਕੀ ਬਣਦਾ ਜੀ? ਸੈਕਿੰਡ ਬਣਦਾ ਪਰਮ ਸੀਰੀਜ਼। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਮੋਬਾਈਲ ਫੋਨ ਦੇ ਵਿੱਚ ਵਰਤਿਆ ਜਾਂਦਾ ਰਾਜੇ ਇਹ, ਠੀਕ ਆ ਜੀ, ਇੱਕ ਪ੍ਰੋਟੋਕਾਲ ਹੈ। ਪ੍ਰੋਟੋਕਾਲ ਕਹਿ ਲਓ, ਇੱਕ ਟੈਕਨੋਲੋਜੀ ਕਹਿ ਲਓ। ਕਹਿੰਦਾ ਜੀ ਵਾਟ ਇਜ਼ ਦਾ ਫੁੱਲ ਫਾਰਮ ਆਫ ਵੋਲਟ। ਠੀਕ ਹੈ, ਕਈ ਵਾਰੀ ਕੱਲਾ LTE ਪੁੱਛ ਲੈਂਦੇ ਆ, ਕਈ ਵਾਰੀ VOLTE ਪੁੱਛ ਲੈਂਦੇ ਆ। ਤਾਂ LTE ਹੁੰਦਾ ਜੀ ਲੌਂਗ ਟਰਮ ਇਵੈਲੂਏਸ਼ਨ ਕਹਿ ਦਿੰਦੇ ਆ, ਬਟ ਅੱਗੇ VO ਲਿਖਿਆ ਤਾਂ VO ਦਾ ਮਤਲਬ ਕੀ ਹੋ ਗਿਆ? ਵੌਇਸ ਓਵਰ ਲੌਂਗ ਟਰਮ ਇਵੈਲੂਏਸ਼ਨ। ਤਾਂ ਠੀਕ ਹੈ ਜੀ, ਇਹ ਆਪਣਾ ਮੋਬਾਈਲ ਸਿਸਟਮ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ ਉਹਦੇ ਵਾਸਤੇ ਵਰਤਿਆ ਜਾਣ ਵਾਲਾ ਇੱਕ ਢੰਗ ਹੈ, ਮੈਥਡ ਹੈ, ਮੈਕੈਨਿਜ਼ਮ ਹੈ। ਓਕੇ ਹੈ ਜੀ, ਤਾਂ ਡੀ ਆਨਸਰ ਬਣੂਗਾ ਇਹਦਾ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਜੀ, ਆ ਕਹਿੰਦਾ which of the following wireless technology can support download speed of the more than 100 megabits per second। ਤਾਂ ਜਿਹੜੀ ਡਾਊਨਲੋਡ ਸਪੀਡ ਹੁੰਦੀ ਹੈ ਜਾਂ ਇੰਟਰਨੈਟ ਦੀ ਸਪੀਡ ਹੁੰਦੀ ਹੈ ਰਾਜੇ ਬਿਟਸ ਪਰ ਸੈਕਿੰਡ ਦੇ ਵਿੱਚ ਮਾਪੀ ਜਾਂਦੀ ਹੈ। ਅੱਗੇ ਕਿਲੋ ਬਿਟਸ ਵੀ ਹੋ ਸਕਦਾ ਹੈ, ਮੈਗਾ ਬਿਟਸ, ਗੀਗਾ ਬਿਟਸ ਵੀ ਹੋ ਸਕਦਾ ਹੈ, ਅਕੋਰਡਿੰਗ ਟੂ ਆਪਾਂ ਜਿਹੜਾ ਵੀ ਨੈਟਵਰਕ ਵਰਤ ਰਹੇ ਹਾਂ। ਤਾਂ ਇਹ ਜਿਹੜਾ ਟੌਪਿਕ ਹੈਗਾ ਵੈਸੇ ਮੈਂ ਕਰਵਾਇਆ ਸੀ ਪਟਵਾਰੀ ਦੇ ਟਾਈਮ ਤੇ ਕਰਵਾਇਆ ਸੀਗਾ, ਸੁਪਰਡੈਂਟ ਦੇ ਟਾਈਮ ਤੇ ਵੀ ਕਰਵਾਇਆ ਸੀ, ਬਟ ਉਹ ਇੰਨੀ ਡਿਟੇਲ 'ਚ ਨਹੀਂ ਕਰਾਇਆ। ਮੈਂ ਇਹਦੇ ਰਿਗਾਰਡਿੰਗ ਇੱਕ ਵੀਡੀਓ ਥਿਓਰੈਟੀਕਲੀ ਪਾ ਦੂੰਗਾ ਤੁਹਾਨੂੰ ਚੈਨਲ ਤੇ। ਇਹ ਮੈਂ ਕਰਵਾਇਆ ਹੋਇਆ ਇੱਕ ਪੇਡ ਬੈਚ ਦੇ ਵਿੱਚ ਸ਼ਾਇਦ ਕਰਵਾਇਆ ਸੀਗਾ ਜਦੋਂ ਮੈਂ ਪਟਵਾਰੀ ਦਾ ਬੈਚ ਚਲਾਇਆ ਸੀਗਾ। ਤਾਂ ਉਹਦੇ ਵਿੱਚ ਮੈਂ ਦੇਖੋ 4th ਜਨਰੇਸ਼ਨ ਕਰਵਾਇਆ ਸੀ। 4th ਜਨਰੇਸ਼ਨ ਦੇ ਵਿੱਚ ਕੀ ਹੁੰਦਾ ਰਾਜੇ, ਜਿਹੜੀ ਸਪੀਡ ਹੁੰਦੀ ਹੈ ਲਗਭਗ 100 ਮੈਗਾਬਿਟਸ ਤੋਂ ਲੈ ਕੇ 1 ਗੀਗਾਬਿਟਸ ਤੱਕ ਪਹੁੰਚ ਜਾਂਦੀ ਹੈ। ਤਾਂ ਇੱਥੇ ਆਪਾਂ ਈਜ਼ੀਲੀ ਆਨਸਰ ਕਰ ਸਕਦੇ ਹਾਂ ਜਿਨ੍ਹਾਂ ਨੇ ਪੜ੍ਹਿਆ ਹੋਊਗਾ। ਤਾਂ ਇੱਥੇ ਆਪਣਾ ਆਨਸਰ ਕੀ ਬਣਦਾ ਰਾਜੇ? 4G। ਤਾਂ 4th ਜਨਰੇਸ਼ਨ ਕਹਿ ਦਿੰਦੇ ਆ ਜਿਹੜੀ ਕਿ ਆਪਾਂ ਵਰਤ ਰਹੇ ਹਾਂ ਅੱਜ ਕੱਲ੍ਹ, ਤੁਸੀਂ ਸਾਰੇ ਯੂਜ਼ ਕਰਦੇ ਹੋਵੋਗੇ। ਤਾਂ ਇਸ ਤੋਂ ਬਾਅਦ 5G ਵੀ ਲਾਂਚ ਹੋਣ ਜਾ ਰਿਹਾ ਜਲਦੀ ਹੀ। ਤਾਂ ਕਹਿਣ ਦਾ ਮਤਲਬ ਕਿ ਸਪੀਡ 100 ਪਲੱਸ ਜਾਂ 100 ਜਾਂ 100 ਤੋਂ ਪਲੱਸ ਕਿਹਦੀ ਕਿਹੜੀ ਜਨਰੇਸ਼ਨ ਦੇ ਵਿੱਚ ਹੋਊਗੀ? 4th ਜਨਰੇਸ਼ਨ ਦੇ ਵਿੱਚ ਹੋਊਗੀ। ਠੀਕ ਹੈ ਜੀ, ਤਾਂ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਵੱਲ ਵੱਧਦੇ ਹਾਂ।
ਅਗਲਾ ਕੁਐਸਚਨ ਹੈਗਾ ਜੀ ਬਲੂਟੁੱਥ ਦੇ ਉੱਪਰ ਰਾਜੇ। ਬਲੂਟੁੱਥ ਨੂੰ ਮੈਂ ਬਹੁਤ ਡਿਟੇਲ ਦੇ ਵਿੱਚ ਕਰਾਇਆ ਕਿ ਬਲੂਟੁੱਥ ਦਾ ਨਾਮ ਕਿਹੜੇ ਰਾਜੇ ਦੇ ਨਾਮ ਤੇ ਹੈ, ਕਿਹੜੀ ਟੈਕਨੋਲੋਜੀ ਯੂਜ਼ ਕਰਦਾ ਹੈ, ਕਿਹੜਾ ਕਿਹੜਾ ਆਰਕੀਟੈਕਚਰ ਇਹਦੇ ਵਿੱਚ, ਕਿੰਨੇ ਮਾਸਟਰ ਹੁੰਦੇ ਆ, ਕਿੰਨੇ ਸਲੇਵ ਹੁੰਦੇ ਆ, ਸਕੈਟਰਨੈਟ ਕੀ ਹੁੰਦਾ ਹੈ ਠੀਕ ਹੈ ਜੀ। ਠੀਕ ਹੈ, ਤੇ ਸਾਰਾ ਕੁਝ ਕਰਾਇਆ ਹੋਇਆ ਬਹੁਤ ਵਧੀਆ ਢੰਗ ਦੇ ਨਾਲ। ਤੁਸੀਂ ਪਲੀਜ਼ ਜਾ ਕੇ ਦੇਖਿਓ। ਪਿਕੋਨੈਟ ਵਗੈਰੇ, ਪਿਕੋਨੈਟ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਕਿਹੜੇ ਨੈਟਵਰਕ ਦੀ ਕੈਟਾਗਰੀ ਚ ਆਉਂਦਾ, ਸਭ ਕੁਝ ਉੱਥੇ ਕਰਾਇਆ ਗਿਆ। ਠੀਕ ਹੈ, ਇੱਥੇ ਆਪਾਂ ਸਿਰਫ ਜਸਟ ਆਪਾਂ ਕੀ ਕਰਾਂਗੇ, ਇਹਨੂੰ ਇੱਕ ਵਾਰੀ ਵਿਸਤਾਰਪੂਰਵਕ ਪੜ੍ਹਦੇ ਹਾਂ। ਕਹਿੰਦਾ ਜੀ ਜਿਹੜਾ ਆਪਣੇ ਕੋਲ ਜਿਹੜੀ ਨੈਟਵਰਕ ਟਾਈਪ ਹੁੰਦੀ ਰਾਜੇ, ਉਹ ਹੁੰਦੀ ਹੈ ਚਾਰ ਤਰ੍ਹਾਂ ਦੀ। ਇੱਕ ਹੁੰਦਾ ਜੀ ਪਰਸਨਲ ਏਰੀਆ ਨੈਟਵਰਕ, ਇੱਕ ਹੁੰਦਾ ਜੀ ਲੋਕਲ ਏਰੀਆ ਨੈਟਵਰਕ, ਇੱਕ ਹੁੰਦਾ ਜੀ ਰਾਜੇ ਮੈਟਰੋਪੋਲੀਟਨ ਏਰੀਆ ਨੈਟਵਰਕ, ਤੇ ਇੱਕ ਹੁੰਦਾ ਜੀ ਵਾਈਡ ਏਰੀਆ ਨੈਟਵਰਕ। ਵਾਈਡ ਏਰੀਆ ਨੈਟਵਰਕ ਕੀ ਹੁੰਦਾ ਜੀ, ਜਿਹਦਾ ਆਪਾਂ ਯੂਜ਼ ਕਰ ਰਹੇ ਹਾਂ ਇੰਟਰਨੈਟ। ਠੀਕ ਹੈ, ਜਿਹੜਾ ਸੈਟੇਲਾਈਟ ਦੇ ਥਰੂ ਚੱਲਦਾ, ਜਿਹਨੂੰ ਆਪਾਂ ਵਾਇਰਲੈਸ ਵੀ ਕਹਿ ਸਕਦੇ ਹਾਂ। ਠੀਕ ਹੈ ਜੀ, ਵਾਈਫਾਈ ਕਹਿ ਸਕਦੇ ਹਾਂ, ਵਾਇਰਲੈਸ ਫਿਡਿਲਿਟੀ। ਅੱਛਾ ਜੀ, ਜਿਹੜਾ ਮੈਟਰੋਪੋਲੀਟਨ ਏਰੀਆ ਨੈਟਵਰਕ ਹੁੰਦਾ, ਉਹ ਕੀ ਹੁੰਦਾ ਜੀ, ਐਂ ਕਹਿ ਸਕਦੇ ਹਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਹੋ ਸਕਦਾ ਹੈ। ਠੀਕ ਹੈ ਜੀ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂ ਵਿਦਿਨ ਸਿਟੀ ਵੀ ਹੋ ਸਕਦਾ। ਠੀਕ ਹੈ ਜੀ, ਇਹਨੂੰ ਕਹਿ ਦਿੰਦੇ ਆ ਮੈਟਰੋਪੋਲੀਟਨ ਏਰੀਆ ਨੈਟਵਰਕ। ਇੱਕ ਹੁੰਦਾ ਜੀ ਲੋਕਲ ਏਰੀਆ ਨੈਟਵਰਕ। ਇਹ ਹੋ ਸਕਦਾ ਜੀ 10 ਕਿਲੋਮੀਟਰ ਦੀ ਰੇਂਜ ਦੇ ਵਿੱਚ। ਕਹਿਣ ਦਾ ਮਤਲਬ ਇੱਕ ਕਾਲਜ ਦੇ ਵਿੱਚ ਹੋ ਸਕਦਾ, ਇੱਕ ਬਿਲਡਿੰਗ ਤੇ ਦੂਜੀ ਬਿਲਡਿੰਗ ਦੇ ਵਿੱਚ ਹੋ ਸਕਦਾ। ਪਰ ਜਿਹੜਾ ਹੁੰਦਾ ਪਰਸਨਲ ਏਰੀਆ ਨੈਟਵਰਕ ਰਾਜੇ, ਇਹ ਹੁੰਦਾ 10 ਮੀਟਰ ਦੀ ਰੇਂਜ ਦੇ ਵਿੱਚ। ਕਹਿਣ ਦਾ ਮਤਲਬ ਇੱਕ ਕਮਰੇ ਵਿੱਚ ਕਹਿ ਲਓ, ਇੱਕ ਘਰ ਦੇ ਵਿੱਚ ਕਹਿ ਲਓ। ਤਾਂ ਬਲੂਟੁੱਥ ਰਾਜੇ ਜਿਹੜਾ ਹੁੰਦਾ ਉਹ ਪੈਨ ਦੀ ਕੈਟਾਗਰੀ ਚ ਆਉਂਦਾ, ਪੈਨ ਦੀ। ਠੀਕ ਹੈ, ਪਰਸਨਲ ਏਰੀਆ ਨੈਟਵਰਕ। ਹੁਣ ਗੱਲ ਕਰਦੇ, ਕਹਿੰਦਾ ਜੀ ਬਲੂਟੁੱਥ ਇਜ਼ ਯੂਜ਼ਡ ਫॉर ਦਾ ਸ਼ਾਰਟ ਡਿਸਟੈਂਸ ਡਾਟਾ ਐਕਸਚੇਂਜ ਬਿਟਵੀਨ ਦਾ ਡਿਵਾਈਸਿਸ। ਬਿਲਕੁਲ ਠੀਕ ਆ, ਉਹਨੇ ਨੋਟ ਪੁੱਛਿਆ, ਦੇਖੋ ਧਿਆਨ ਦੇ ਨਾਲ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਠੀਕ ਹੈ। ਦੂਜਾ ਕਹਿੰਦਾ ਜਿਹੜਾ ਬਲੂਟੁੱਥ ਹੈ, ਕਹਿੰਦਾ ਯੂਜ਼ ਰੇਡੀਓ ਵੇਵਸ। ਤਾਂ ਮੈਂ ਉੱਥੇ ਕਰਾਇਆ ਗਿਆ ਰਾਜੇ, ਇਹ ਰੇਡੀਓ ਵੇਵਸ ਦੀ ਬ੍ਰੌਡਕਾਸਟਿੰਗ ਨੂੰ ਯੂਜ਼ ਕਰਕੇ ਕੀ ਕਰਦਾ ਹੈ, ਕਮਿਊਨੀਕੇਟ ਕਰਦਾ ਹੈ। ਬਿਲਕੁਲ ਠੀਕ ਹੈ। ਤਾਂ ਜਿਹੜਾ ਆ ਸੀ ਹੈ, ਸੀ ਆਂਸਰ ਨਹੀਂ ਬਣਦਾ, ਕਿਉਂਕਿ ਇਹ ਕਹਿ ਰਿਹਾ ਬਲੂਟੁੱਥ ਇਜ਼ ਏ ਵੈਨ ਵਾਈਡ ਏਰੀਆ ਨੈਟਵਰਕ ਟਾਈਪ। ਠੀਕ ਹੈ ਜੀ, ਤਾਂ ਵਾਈਡ ਨਹੀਂ ਹੈਗਾ, ਇਹ ਹੈਗਾ ਪਰਸਨਲ ਏਰੀਆ ਨੈਟਵਰਕ। ਤਾਂ ਅੱਗੇ ਕਹਿੰਦਾ ਜੀ ਆਲ ਆਰ ਫੀਚਰ ਆਫ ਬਲੂਟੁੱਥ, ਗਲਤ ਹੈ ਜੀ। ਤਾਂ ਸੀ ਆਂਸਰ ਬਣੂਗਾ। ਆਈ ਹੋਪ ਤੁਸੀਂ ਇਸ ਤਰ੍ਹਾਂ ਜਦੋਂ ਥਿਓਰੈਟੀਕਲੀ ਪੜ੍ਹੋਗੇ ਤਾਂ ਆਪਸ਼ਨ ਨੂੰ ਤੁਸੀਂ ਕੀ ਕਰ ਸਕਦੇ ਹੋ ਰਾਜੇ, ਈਜ਼ੀਲੀ ਐਲੀਮੀਨੇਟ ਕਰ ਸਕਦੇ ਹੋ ਜਦੋਂ ਥਿਓਰੈਟੀਕਲੀ ਪੜ੍ਹ ਲਿਆ। ਤਾਂ ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਨੈਟਵਰਕ ਡਿਵਾਈਸ। ਤਾਂ ਨੈਟਵਰਕ ਡਿਵਾਈਸਿਸ ਸਾਰੀਆਂ ਕਰਾਈਆਂ ਰਾਜੇ ਤੁਹਾਨੂੰ ਮੈਂ। ਹੱਬ ਕਰਾਈ ਹੋਈ ਹੈ, ਸਵਿਚ ਕਰਾਇਆ ਹੋਇਆ, ਠੀਕ ਹੈ ਜੀ, ਗੇਟਵੇ, ਬ੍ਰਿਜ, ਸਭ ਕੁਝ ਲਟਰਮ ਪਟਰਮ ਸਭ ਕੁਝ ਕਰਾਇਆ ਹੋਇਆ। ਤਾਂ ਪਲੀਜ਼ ਇੱਥੇ ਦੇਖਦੇ ਆਪਾਂ ਆਪਸ਼ਨ RJ45। RJ45 ਕੀ ਹੁੰਦਾ ਰਾਜੇ, ਜਿਹੜੀ ਆਪਾਂ ਕੇਬਲ ਲੈਨੇ ਆ। ਮੰਨ ਲਓ ਆਪਣਾ ਮੋਡਮ ਲੱਗਾ ਹੋਇਆ, ਮੋਡਮ ਸਮਝਦੇ ਹੋ? ਠੀਕ ਹੈ, ਮੋਡਮ ਬਾਰੇ ਵੀ ਦੱਸ ਦਿੰਦਾ। ਇਹ ਮੋਡਮ ਲੱਗਾ ਹੋਇਆ, ਮੋਡਮ ਜਿਹੜੀ ਕੇਬਲ ਆਉਂਦੀ ਆਪਣੇ ਕੰਪਿਊਟਰ ਦੇ ਵਿੱਚ ਲੱਗਦੀ ਜਾਂ ਫਿਰ CPU ਦੇ ਵਿੱਚ ਲੱਗਦੀ ਹੈ। ਠੀਕ ਹੈ, ਜੇ ਤੁਸੀਂ ਵਾਇਰਡ ਵਾਲਾ ਯੂਜ਼ ਕਰ ਰਹੇ ਹੋ, ਵਾਇਰਲੈਸ ਦੀ ਗੱਲ ਨਹੀਂ ਕਰ ਰਿਹਾ ਮੈਂ, ਵਾਇਰਡ ਦੀ ਗੱਲ ਕਰ ਰਿਹਾ। ਤੇ ਜਿਹੜੀ ਵਾਇਰ ਦੇ ਅੱਗੇ ਕਨੈਕਟਰ ਹੁੰਦਾ ਰਾਜੇ, ਉਹ ਹੁੰਦਾ RJ45। ਤਾਂ ਤੁਹਾਨੂੰ ਮੈਂ ਦਿਖਾ ਦਿੰਦਾ। ਇਹ ਹੁੰਦਾ ਜੀ RJ45 ਕਨੈਕਟਰ। ਠੀਕ ਹੈ ਜੀ, ਇਹ ਦੋਨੇ ਪਾਸੇ ਲੱਗਦਾ, ਇਹ ਵਾਇਰ ਦੇ ਦੋਨੇ ਪਾਸੇ ਹੁੰਦਾ। ਇੱਕ ਸਾਈਡ ਮੋਡਮ ਦੇ ਵਿੱਚ ਲੱਗੂਗਾ, ਇੱਕ ਸਾਈਡ ਤੁਹਾਡੇ ਕੰਪਿਊਟਰ ਨਾਲ ਲੱਗੂਗਾ, ਤੁਹਾਡੇ CPU ਨਾਲ ਲੱਗੂਗਾ। ਤਾਂ ਇਹ ਹੈਗਾ ਜੀ RJ45। ਤਾਂ ਠੀਕ ਹੈ ਜੀ, ਇਹ ਇੱਕ ਨੈਟਵਰਕ ਡਿਵਾਈਸ ਹੁੰਦੀ ਹੈ। ਠੀਕ ਹੈ, ਨੈਟਵਰਕ ਦੇ ਵਿੱਚ ਯੂਜ਼ ਹੁੰਦਾ। ਠੀਕ ਹੈ, ਉਹਨੇ ਨੋਟ ਪੁੱਛਿਆ। ਤਾਂ ਅਗਰ ਮੈਂ ਅੱਗੇ ਗੱਲ ਕਰਾਂ ਰਾਜੇ, ਨੈਕਸਟ ਜਿਹੜਾ ਮੈਕ ਹੁੰਦਾ, ਦੇਖੋ ਹੁਣ ਮੈਂ ਇਹਨੂੰ ਇੱਕ ਵਾਰੀ ਅਰੇਂਜ ਕਰਦਾ ਵਾਂ, ਤੁਹਾਨੂੰ ਥੋੜਾ ਜਿਹਾ ਕਲੀਅਰ ਦਿਖ ਜੂਗਾ। ਹੁਣ ਇਹਦਾ ਜਿਹੜਾ ਆਂਸਰ ਬਣਦਾ ਰਾਜੇ, ਆਂਸਰ ਕੀ ਬਣਦਾ, ਇਹਦਾ ਆਂਸਰ ਬਣਦਾ ਮੈਕ। ਠੀਕ ਹੈ, ਮੈਕ ਆਂਸਰ ਬਣਦਾ। ਮੈਕ ਕੀ ਹੁੰਦਾ ਰਾਜੇ, ਤੁਹਾਨੂੰ ਮੈਂ ਕਰਾਏ ਸੀਗੇ, ਇੱਕ IP ਐਡਰੈਸ ਹੁੰਦਾ, ਇੱਕ ਮੈਕ ਐਡਰੈਸ ਹੁੰਦਾ। ਠੀਕ ਹੈ ਜੀ, ਇਹ ਦੋਨੇ ਹੁੰਦੇ ਆ। ਹੁਣ ਇਹਦਾ ਆਂਸਰ ਬਣਦਾ ਮੈਕ। ਮੈਕ ਐਡਰੈਸ ਕੀ ਹੁੰਦਾ ਰਾਜੇ, ਮੈਕ ਐਡਰੈਸ ਹੁੰਦਾ ਜਿਵੇਂ ਮੰਨ ਲਓ ਮੈਂ ਕੰਪਿਊਟਰ ਦੇ ਵਿੱਚ, ਹੁਣ ਤੁਹਾਨੂੰ ਮੈਂ ਦੱਸਿਆ ਵੀ RJ ਇੱਕ ਵਾਇਰ ਹੁੰਦੀ ਹੈ, ਉਹਦੇ ਅੱਗੇ ਵੀ ਕਨੈਕਟਰ ਲੱਗਾ ਹੁੰਦਾ RJ45, ਇੱਧਰ ਵੀ ਲੱਗਾ ਹੁੰਦਾ। ਠੀਕ ਹੈ, ਇਹਨੂੰ ਕਹਿ ਦਿੰਦੇ ਆ RJ45 ਕਨੈਕਟਰ। ਠੀਕ ਹੈ, ਹੁਣ ਵਾਇਰ ਆ ਰਹੀ ਹੈ, ਦੇਖੋ ਵਾਇਰ ਤਾਂ ਆ ਰਹੀ ਹੈ, ਲੇਕਿਨ ਜਿਹੜਾ ਸਲੋਟ ਹੈ, ਸਲੋਟ ਵੀ ਲੱਗਾ ਹੋਣਾ ਜ਼ਰੂਰੀ ਹੈ, ਤਾਂ ਹੀ ਇਹ ਕਨੈਕਟ ਹੋਊਗਾ। ਇਹਦੇ ਵਿੱਚ ਮੇਲ ਫੀਮੇਲ ਸਲੋਟ ਹੋਣਾ ਜ਼ਰੂਰੀ ਹੈ। ਤਾਂ ਸਲੋਟ ਜਿਹੜਾ ਇਹ ਹੁੰਦਾ, ਇਹ ਇੱਕ ਤਰ੍ਹਾਂ ਦਾ ਇੱਕ ਸਪੈਸ਼ਲ ਡਿਵਾਈਸ ਹੁੰਦੀ, ਜਿਹਨੂੰ ਕਹਿ ਦਿੰਦੇ ਆ ਕਾਰਡ, ਜਾਂ ਫਿਰ ਕਹਿ ਦਿੰਦੇ ਆ ਨੈਟਵਰਕ ਇੰਟਰਫੇਸ ਕਾਰਡ ਕਹਿ ਦਿੰਦੇ ਆ। ਠੀਕ ਹੈ, ਜਿਹੜਾ ਨੈਟਵਰਕ ਇੰਟਰਫੇਸ ਕਾਰਡ ਹੁੰਦਾ ਰਾਜੇ, ਉਹਦੇ ਵਿੱਚ ਇੱਕ ਐਡਰੈਸ ਹੁੰਦਾ, ਉਹਨੂੰ ਕਹਿ ਦਿੰਦੇ ਆ ਮੈਕ ਐਡਰੈਸ। ਤਾਂ ਇਹ ਬੇਸਿਕਲੀ ਇਹਨੂੰ ਆਪਾਂ ਮੰਨਦੇ ਆ ਐਜ਼ ਏ ਫਿਜ਼ੀਕਲ ਐਡਰੈਸ। ਜੇ ਮੈਂ ਗੱਲ ਕਰਾਂ IP ਐਡਰੈਸ ਦੀ, IP ਹੁੰਦਾ ਲੌਜੀਕਲ ਐਡਰੈਸ। ਲੌਜੀਕਲ ਦਾ ਮਤਲਬ ਕਿ ਜਿਹੜਾ ਆਨਲਾਈਨ ਜਨਰੇਟ ਹੋਊਗਾ ਜਦੋਂ ਆਪਣਾ ਕੰਪਿਊਟਰ ਨੈਟਵਰਕ ਦੇ ਵਿੱਚ ਅਟੈਚ ਹੋਊਗਾ। ਤਾਂ ਇਹ ਕੀ ਹੁੰਦਾ, ਇਹ ਆਪਣੇ ਕੋਲੇ ਹੁੰਦਾ, ਚਾਹੇ ਆਪਾਂ ਅਟੈਚ ਹੋਈਏ ਚਾਹੇ ਨਾ ਹੋਈਏ ਨੈਟਵਰਕ ਦੇ ਨਾਲ, ਪਰ ਆਪਣੇ ਕੋਲੇ ਹਮੇਸ਼ਾ ਮੈਕ ਐਡਰੈਸ ਹੋਊਗਾ। ਹਰੇਕ ਕੰਪਿਊਟਰ ਦਾ ਆਪਣਾ ਆਪਣਾ ਮੈਕ ਐਡਰੈਸ ਹੁੰਦਾ। ਠੀਕ ਹੈ, ਤਾਂ ਮੈਕ ਐਡਰੈਸ ਹੁੰਦਾ ਕੀ ਹੈ ਰਾਜੇ, ਦੀ ਫੁੱਲ ਫਾਰਮ ਪੁੱਛੀ ਜਾਂਦੀ ਹੈ ਬਹੁਤ ਵਾਰੀ। ਤਾਂ ਇਹ ਮੈਕ ਐਡਰੈਸ ਕੀ ਹੁੰਦਾ, ਕਹਿੰਦਾ ਜੀ ਇਹ ਹੁੰਦਾ ਮੀਡੀਆ ਅਸੈਸ ਕੰਟਰੋਲ ਐਡਰੈਸ। ਮੀਡੀਆ ਅਸੈਸ ਕੰਟਰੋਲ ਐਡਰੈਸ। ਮੀਡੀਆ ਕੀ ਹੁੰਦਾ ਰਾਜੇ, ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ। ਠੀਕ ਹੈ, ਤਾਂ ਇਹਦੇ ਵਿੱਚ ਕਹਿੰਦਾ ਜੀ ਇਟ ਇਜ਼ ਅ ਯੂਨੀਕ ਆਇਡੈਂਟੀਫਾਇਰ ਅਸਾਈਨਡ ਟੂ ਦਾ ਨੈਟਵਰਕ ਇੰਟਰਫੇਸ ਕਾਰਡ। ਤੇ ਜਿਹੜਾ ਉਹਦੇ ਵਿੱਚ ਕਾਰਡ ਲੱਗਾ ਹੁੰਦਾ, ਇੰਟਰਫੇਸ ਕਾਰਡ ਮਤਲਬ ਜਿਹੜਾ ਸਲੋਟ ਲਗਾਉਣਾ, ਆਪਾਂ ਉਹਦੇ ਪਿੱਛੇ ਕਾਰਡ ਲਗਾ ਕੇ ਸਲੋਟ ਲੱਗਾ ਹੁੰਦਾ, ਉਹਨੂੰ ਆਪਾਂ ਕਹਿ ਦਿੰਦੇ ਆ NIC। ਤਾਂ ਇਹ ਐਡਰੈਸ ਕਮਿਊਨੀਕੇਟ ਕਰਨ ਵਾਸਤੇ ਵਰਤਿਆ ਜਾਂਦਾ ਜਦੋਂ ਆਪਾਂ ਨੈਟਵਰਕ ਸੈਗਮੈਂਟ ਦੇ ਵਿੱਚ ਕੀ ਕਰਾਂਗੇ, ਅਟੈਚ ਹੋਵਾਂਗੇ। ਠੀਕ ਹੈ ਜੀ, ਤਾਂ ਹਰੇਕ ਜਿਹੜੀ ਆਫਲਾਈਨ ਡਿਵਾਈਸ ਹੈਗੀ ਉਹਦੇ ਕੋਲੇ ਵੀ ਮੈਕ ਐਡਰੈਸ ਹੋਊਗਾ, ਲੇਕਿਨ ਜੇ IP ਐਡਰੈਸ ਨਹੀਂ ਹੋ ਸਕਦਾ ਆਫਲਾਈਨ ਵਾਲੀ ਕੋਲੇ। IP ਐਡਰੈਸ ਮਤਲਬ ਕਿ ਜਨਰੇਟ ਹੋਊਗਾ ਜਦੋਂ ਆਪਾਂ ਕੀ ਨੈਟਵਰਕ ਦੇ ਵਿੱਚ ਅਟੈਚ ਹੋਵਾਂਗੇ। ਕਲੀਅਰ ਹੈ ਜੀ। ਤਾਂ ਅੱਗੇ ਚੱਲਦੇ ਹਾਂ ਆਪਾਂ ਨੈਕਸਟ। ਹੁਣ ਦੇਖੋ ਜਿਹੜੀ ਇਹਦਾ ਆਂਸਰ ਹੈਗਾ ਮੈਕ ਐਡਰੈਸ ਹੀ ਬਣਦਾ। ਹੁਣ ਮੈਂ ਗੱਲ ਕਰਾਂ ਰਾਊਟਰ ਦੀ। ਰਾਊਟਰ ਦਾ ਕੰਮ ਕੀ ਹੁੰਦਾ ਰਾਜੇ,
ਜੋ ਵੀ ਡਾਟਾ ਆ ਰਿਹਾ, ਠੀਕ ਹੈ, ਇੱਕ ਮਤਲਬ ਜਿਵੇਂ ਆ ਸੈਂਡਰ ਹੈ, ਆ ਰਿਸੀਵਰ ਹੈ, ਇਹਦੇ ਕੋਲ ਪਹੁੰਚਣ ਦੇ ਬਹੁਤ ਸਾਰੇ ਢੰਗ ਨੇ, ਮਤਲਬ ਇਹ ਵੀ ਢੰਗ ਨੇ, ਇਹ ਵੀ ਢੰਗ ਨੇ। ਤਾਂ ਰਾਊਟਰ ਨੇ ਡਿਸਾਈਡ ਕਰਨਾ ਹੁੰਦਾ ਕਿਹੜੇ ਰੂਟ ਦੇ ਵਿੱਚ ਡਾਟਾ ਜਾਊਗਾ। ਰਾਊਟਰ ਕੀ ਕਰਦਾ, ਫਰਦਰ ਇਹਨੂੰ ਕੀ ਕਰਦਾ, ਟਰਾਂਸਮਿਟ ਕਰਦਾ ਹੈ। ਠੀਕ ਹੈ ਜੀ। ਤਾਂ ਰਾਊਟਰ ਦੇ ਬਾਰੇ ਦੱਸ ਦਾਂਗੇ ਫਿਰ ਕਿਤੇ। ਮੋਡਮ ਦੀ ਗੱਲ ਕਰਦੇ ਹਾਂ। ਮੋਡਮ ਦੀ ਵੀ ਫੁੱਲ ਫਾਰਮ ਬਹੁਤ ਪੁੱਛੀ ਜਾਂਦੀ ਹੈ, ਤੁਹਾਡੇ ਘਰਾਂ ਵਿੱਚ ਯੂਜ਼ ਕਰਦੇ ਹੋਵੋਗੇ ਤੁਸੀਂ ਸਾਰਿਆਂ ਨੇ, ਵਾਈਫਾਈ ਲਵਾਇਆ ਹੋਊਗਾ। ਤਾਂ ਮੋਡਮ ਹੁੰਦਾ ਰਾਜੇ, ਦੀ ਫੁੱਲ ਫਾਰਮ ਹੁੰਦੀ ਹੈ ਮੋਡੂਲੇਟਰ ਤੇ ਡੀਮੋਡੂਲੇਟਰ। ਬੇਸਿਕਲੀ ਕਰਦਾ ਕੀ, ਇਹ ਮੋਡੂਲੇਸ਼ਨ ਵੀ ਕਰਦਾ ਤੇ ਡੀਮੋਡੂਲੇਸ਼ਨ ਵੀ ਕਰਦਾ ਹੈ। ਹੁਣ ਇਹਦਾ ਕਾਰਨ ਕੀ ਆ, ਵੀ ਜਿਹੜਾ ਪਿੱਛੋਂ ਆਪਾਂ ਕਨੈਕਸ਼ਨ ਲੈਣੇ ਕੰਪਨੀ ਤੋਂ, ਠੀਕ ਹੈ, ਕਿਸੇ ਟੈਲੀਫੋਨ ਕੰਪਨੀ ਤੋਂ ਲੈਣੇ, ਮੰਨ ਲਓ ਆਪਾਂ ਨੈਟ ਪਲੱਸ ਦਾ ਲੈ ਲਿਆ, BSNL ਦਾ ਲੈ ਲਿਆ, ਉਹ ਯੂਜ਼ ਕਰਦੇ ਆ ਐਨਾਲੌਗ ਸਿਸਟਮ। ਕਿਉਂਕਿ ਜਿੰਨਾ ਵੀ ਆਪਣੀ ਟਰਾਂਸਮਿਸ਼ਨ ਹੁੰਦੀ ਹੈ, ਟੀਵੀ ਦੀ ਹੋ ਗਈ, ਠੀਕ ਹੈ, ਸਾਰੀ ਹੋ ਗਈ, ਇਹ ਬ੍ਰੌਡਕਾਸਟਿੰਗ ਕਿਹਦੇ ਵਿੱਚ ਹੁੰਦੀ ਹੈ, ਐਨਾਲੌਗ। ਐਨਾਲੌਗ ਸਿਗਨਲ ਹੁੰਦਾ ਜਿਹੜਾ ਐ ਸਾਈਨ ਵੇਵ ਦੇ ਵਿੱਚ ਐ ਘੁੰਮਦਾ ਰਹਿੰਦਾ ਹੈ, ਕੰਟੀਨਿਊਸ ਵੇਵ ਦੇ ਫਾਰਮ ਦੇ ਵਿੱਚ ਚੱਲਦਾ ਹੈ। ਠੀਕ ਹੈ। ਬਟ ਜਿਹੜਾ ਡਿਜੀਟਲ ਸਿਗਨਲ ਹੁੰਦਾ ਰਾਜੋ, 0 ਤੇ 1 ਦੀ ਫਾਰਮ ਦੇ ਵਿੱਚ ਹੁੰਦਾ ਹੈ। ਠੀਕ ਹੈ, ਜਿਵੇਂ ਵੇਵ ਉੱਪਰ ਜਾ ਰਹੀ ਹੈ ਤਾਂ 1, ਥੱਲੇ ਆ ਰਹੀ ਹੈ 0, ਫਿਰ 1, ਫਿਰ 0। ਠੀਕ ਹੈ। ਤਾਂ ਮੋਡਮ ਦਾ ਕੰਮ ਕੀ ਹੁੰਦਾ, ਜਿਹੜਾ ਪਿੱਛੋਂ ਆ ਰਿਹਾ ਰਾਜੇ, ਉਹਨੂੰ ਕਨਵਰਟ ਕਰਕੇ ਕਿਹਦੇ ਚ ਕਰਨਾ ਹੁੰਦਾ, ਡਿਜੀਟਲ ਫਾਰਮ ਦੇ ਵਿੱਚ ਕਰਨਾ ਹੁੰਦਾ। ਤਾਂ ਕੰਪਿਊਟਰ ਤੋਂ ਡਾਟਾ ਫਿਰ ਰਿਵਰਸ ਲੈ ਕੇ ਫਿਰ ਡਿਜੀਟਲ ਟੂ ਕੀ ਕਰਨਾ ਹੁੰਦਾ, ਐਨਾਲੌਗ ਕਰਨਾ ਹੁੰਦਾ। ਤਾਂ ਇਹਨੂੰ ਕਹਿ ਦਿੰਦੇ ਆ ਮੋਡੂਲੇਸ਼ਨ, ਡੀਮੋਡੂਲੇਸ਼ਨ ਕਹਿ ਦਿੰਦੇ ਆ ਰਾਜੇ। ਤਾਂ ਕੌਣ ਕਰਦਾ ਰਾਜੇ, ਇਹ ਮੋਡਮ ਕਰਦਾ। ਕਹਿੰਦਾ ਜੀ ਮੋਡਮ ਇਜ਼ ਏ computer hardware device that convert the data from the digital format into the format suitable for the analog transmission medium ਤੇ ਵਾਈਸ ਵਰਸਾ ਦੋਨੇ ਹੀ ਕਰਦਾ। ਮੋਡੂਲੇਸ਼ਨ ਵੀ ਕਰਦਾ ਤੇ ਡੀਮੋਡੂਲੇਸ਼ਨ ਵੀ ਕਰਦਾ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ। ਇਹਦਾ ਆਨਸਰ ਜਿਹੜਾ ਬਣਦਾ ਰਾਜੇ, ਮੈਕ ਐਡਰੈਸ ਬਣਦਾ। ਬਾਕੀ ਸਾਰੇ ਨੈਟਵਰਕ ਡਿਵਾਈਸ ਨੇ, ਰਾਊਟਰ ਵੀ ਨੈਟਵਰਕ ਡਿਵਾਈਸ ਹੈ, RJ45 ਵੀ ਤੇ ਮੋਡਮ ਵੀ। ਜਿਹੜਾ ਇਹ ਹੈਗਾ ਇਹ ਰਾਜੇ ਮੈਕ ਐਡਰੈਸ, ਇਹ ਨੈਟਵਰਕ ਦੇ ਵਿੱਚ ਯੂਜ਼ ਨਹੀਂ ਹੁੰਦਾ ਹੈਗਾ, ਇਹ ਫਿਜ਼ੀਕਲੀ ਆਫਲਾਈਨ ਹੁੰਦਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਠੀਕ ਹੈ, ਰਾਊਟਰ ਵੀ ਚਲੋ ਮੈਂ ਲਿਖ ਹੀ ਦਿੱਤਾ ਇੱਥੇ। ਕਹਿੰਦਾ ਜੀ ਰਾਊਟਰ ਇਜ਼ ਅ ਨੈਟਵਰਕ ਡਿਵਾਈਸ ਦੈਟ ਫਾਰਵਰਡ ਦਾ ਡਾਟਾ ਪੈਕਟਸ ਬਿਟਵੀਨ ਦਾ ਕੰਪਿਊਟਰ ਨੈਟਵਰਕ। ਤਾਂ ਇਹਦਾ ਮੇਨ ਕੰਮ ਕੀ ਹੁੰਦਾ, ਕਿ ਬ੍ਰੌਡਕਾਸਟਿੰਗ ਕਰਨੀ ਹੁੰਦੀ ਹੈ। ਜੋ ਪੈਕਟਸ ਆ ਰਹੇ ਹੁੰਦੇ ਡਾਟਾ ਦੇ ਬਣ ਕੇ, ਮਤਲਬ ਕਿ ਡਾਟਾ ਕੀ ਹੁੰਦਾ, ਪੈਕਟ ਦੀ ਫਾਰਮ ਦੇ ਵਿੱਚ ਹੁੰਦਾ। ਮੰਨ ਲਓ ਸਾਰਾ ਡਾਟਾ ਮੇਰਾ ਕੀ ਇਕੱਠਾ ਹੈ, ਇਹ ਇਕੱਠਾ ਡਾਟਾ ਜਾ ਨਹੀਂ ਸਕਦਾ, ਇਹਨੂੰ ਫਿਰ ਕੀ ਕਰਦੇ ਆ, ਡਿਵਾਈਡ ਕਰ ਲੈਂਦੇ ਆ ਛੋਟੇ ਛੋਟੇ ਸੈਗਮੈਂਟ ਦੇ ਵਿੱਚ, ਉਹਨੂੰ ਕਹਿ ਦਿੰਦੇ ਪੈਕਟਸ। ਠੀਕ ਹੈ ਜੀ। ਤਾਂ ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਆਪਾਂ, ਨੈਕਸਟ ਮੂਵ ਕਰਦੇ ਹਾਂ। ਅੱਗੇ ਜੀ ਬਹੁਤ ਸੌਖਾ ਕੁਐਸਚਨ, ਬਿਲਕੁਲ ਈਜ਼ੀ ਆ। ਕਹਿੰਦਾ ਜੀ CD ROM। CD ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੁੰਦੀ ਹੈ, ਕੰਪੈਕਟ ਡਿਸਕ। ਤੇ CD ROM ਕੀ ਹੁੰਦੀ ਹੈ ਰਾਜੇ, ਜਿਹੜੀ ਡਿਵਾਈਸ ਜਿਹਦੇ ਨਾਲ ਆਪਾਂ ਕੀ ਕਰਦੇ ਹਾਂ, CD ਨੂੰ ਕੀ ਕਰਦੇ ਆ, ਰਨ ਕਰਦੇ ਆ, ਚਲਾਉਂਦੇ ਆ। ਠੀਕ ਹੈ, ਤੁਹਾਡੇ ਲੈਪਟਾਪ 'ਚ ਵੀ ਲੱਗੀ ਹੁੰਦੀ ਹੈ, ਤੁਹਾਡੇ ਕੰਪਿਊਟਰ 'ਚ ਵੀ ਲੱਗੀ ਹੁੰਦੀ ਹੈ। ਅੱਜ ਕੱਲ੍ਹ ਤਾਂ ਚਲੋ ਅਲੋਪ ਹੋ ਗਈ ਹੈ, ਕਿਉਂਕਿ ਇਹਦੀ ਜਗ੍ਹਾ ਕਿਹਨੇ ਲੈ ਲਈ ਹੈ, USB ਨੇ ਲੈ ਲਈ ਹੈ। ਠੀਕ ਹੈ, ਅੱਜ ਕੱਲ੍ਹ ਨਹੀਂ ਆਉਂਦੀ ਇਹ, ਬਟ ਇੱਥੇ ਫੁੱਲ ਫਾਰਮ ਪੁੱਛੀ ਹੈ CD ਹੁੰਦੀ ਹੈ ਜੀ ਕੰਪੈਕਟ ਡਿਸਕ। ਤਾਂ CD ਦੀ ਫੁੱਲ ਫਾਰਮ ਹੈਗੀ ਹੈ ਕੰਪੈਕਟ ਡਿਸਕ। ਤੇ ROM ਦੀ ਤੁਹਾਨੂੰ ਪਤਾ ਹੀ ਆ, ਰੀਡ ਓਨਲੀ ਮੈਮਰੀ। ਤੈਨੂੰ ਕਹਿ ਦਿੰਦੇ ਆ ਜੀ ਰੀਡ ਓਨਲੀ ਮੈਮਰੀ। ਤਾਂ ਇਹਦੀ ਫੁੱਲ ਫਾਰਮ ਬਣ ਗਈ C ਆਪਸ਼ਨ। ਅੱਗੇ ਆ ਜੀ, ਦੇਖੋ ਬਹੁਤ ਵਾਰੀ ਕਰਵਾਇਆ ਮੈਂ, ਦੇਖੋ ਕਈ ਵਾਰੀ ਤਾਂ ਅਸੈਂਡਿੰਗ ਆਰਡਰ ਚ ਮੰਗ ਲੂਗਾ ਤੁਹਾਨੂੰ, ਕਦੇ ਡਿਸੈਂਡਿੰਗ ਆਰਡਰ ਚ ਮੰਗ ਲੂਗਾ। ਠੀਕ ਆ, ਇਹ ਡਿਪੈਂਡ ਕਰਦਾ ਹੈ। ਅਸੈਂਡਿੰਗ ਆਰਡਰ ਹੁੰਦਾ ਵੀ ਸਭ ਤੋਂ ਛੋਟਾ, ਫਿਰ ਉਸ ਤੋਂ ਵੱਡਾ, ਫਿਰ ਉਸ ਤੋਂ ਵੱਡਾ, ਫਿਰ ਉਸ ਤੋਂ ਵੱਡਾ। ਤਾਂ ਗੱਲ ਕਰਦੇ ਆਪਾਂ ਨੂੰ ਆ ਦਿੱਤਾ ਗਿਆ। ਠੀਕ ਹੈ ਜੀ, ਇੱਥੋਂ ਆਪਾਂ ਬਣਾ ਲੈਂਦੇ ਹਾਂ। ਤੁਹਾਨੂੰ ਮੈਂ ਕਰਾਇਆ ਸੀ, ਸਭ ਤੋਂ ਛੋਟਾ ਕੀ ਹੁੰਦਾ ਰਾਜੇ, ਇੱਕ ਬਿੱਟ ਹੁੰਦੀ ਹੈ, ਚਾਹੇ 0 ਚਾਹੇ 1, ਸਮੋਲੈਸਟ ਯੂਨਿਟ ਹੁੰਦਾ। ਇਸ ਤੋਂ ਬਾਅਦ ਕੀ ਹੁੰਦਾ ਰਾਜੇ, ਨਿੱਬਲ ਆ ਜਾਂਦਾ ਹੈ। 4 ਬਿੱਟ ਨੂੰ ਜੋੜ ਕੇ ਕੀ ਬਣ ਜਾਂਦਾ, ਨਿੱਬਲ ਬਣ ਜਾਂਦਾ। ਫਿਰ ਬਾਈਟ ਬਣ ਜਾਂਦਾ 8 ਬਿੱਟ ਨੂੰ ਜੋੜ ਕੇ। ਫਿਰ ਕਿਲੋਬਾਈਟ ਬਣ ਜਾਂਦਾ 1024 ਦਾ। ਫਿਰ ਉਸ ਤੋਂ ਬਾਅਦ ਕੀ ਮੈਗਾਬਾਈਟ ਬਣ ਜਾਂਦਾ, ਗੀਗਾਬਾਈਟ, ਟੈਰਾਬਾਈਟ। ਠੀਕ ਹੈ, ਜੀਟਾਬਾਈਟ, ਪੀਟਾਬਾਈਟ ਚੱਲਦਾ ਰਹਿੰਦਾ। ਆਪਾਂ ਅਕੋਰਡਿੰਗ ਟੂ ਕੁਐਸਚਨ ਦੇਖਦੇ ਹਾਂ ਜੀ, ਸਭ ਤੋਂ ਛੋਟਾ ਕਿਹੜਾ। ਸਭ ਤੋਂ ਛੋਟਾ ਹੈਗਾ ਜੀ ਕਿਲੋਬਾਈਟ, ਨੰਬਰ 1 ਲਿਖ ਲਓ। ਇਸ ਤੋਂ ਬਾਅਦ ਕੀ ਹੈ ਜੀ, ਮੈਗਾਬਾਈਟ ਨੰਬਰ 2, ਗੀਗਾਬਾਈਟ ਨੰਬਰ 3, ਟੈਰਾਬਾਈਟ ਨੰਬਰ 4। ਤਾਂ ਕਹਿਣ ਦਾ ਮਤਲਬ ਆਪਣੇ ਕੋਲ ਆਪਸ਼ਨ ਜਿਹੜੀ ਪਹਿਲਾਂ ਕਿਲੋਬਾਈਟ ਵਾਲੀ ਕਿਹੜੀ ਆ, ਆਹ ਦੋ ਆਪਸ਼ਨ ਆ। ਆਹ ਦੋ ਆਪਸ਼ਨਾਂ ਕੀ ਹੋ ਗਈਆਂ, ਲਿਮਿਟੇਡ ਹੋ ਗਈਆਂ। ਤਾਂ ਇਹਦੇ ਵਿੱਚ ਕਿਲੋਬਾਈਟ ਠੀਕ ਹੈ ਜੀ, ਕਿਲੋਬਾਈਟ ਠੀਕ ਹੈ। ਸੈਕੰਡ ਆਪਸ਼ਨ ਕੀ ਬਣਦੀ ਹੈ, ਮੈਗਾਬਾਈਟ। ਤਾਂ ਮੈਗਾਬਾਈਟ ਵੀ ਠੀਕ ਹੈ ਜੀ। ਹੁਣ ਅਗਲੀ ਆਪਸ਼ਨ ਤੇ ਪੰਗਾ ਪਊਗਾ। ਅਗਲੀ ਆਪਸ਼ਨ ਕੀ ਹੈ ਜੀ ਆਪਣੇ ਕੋਲੇ, ਇਹ ਕਹਿੰਦਾ ਜੀ ਅਗਲੀ ਆਪਸ਼ਨ ਆਪਣੇ ਕੋਲੇ ਹੋਣੀ ਚਾਹੀਦੀ ਗੀਗਾਬਾਈਟ। ਤਾਂ ਗੀਗਾਬਾਈਟ ਕਿੱਥੇ ਆ ਰਹੀ ਹੈ, ਆਪਣੇ ਕੋਲੇ ਆ ਰਹੀ ਹੈ। ਤਾਂ ਰਾਈਟ ਆਂਸਰ ਕੀ ਬਣ ਗਿਆ, ਆਪਣੇ ਕੋਲੇ ਆ ਬਣ ਗਿਆ। ਠੀਕ ਹੈ, ਟੈਰਾਬਾਈਟ ਬਾਅਦ ਚ ਆਉਂਦਾ, ਗੀਗਾਬਾਈਟ ਪਹਿਲਾਂ ਹੁੰਦਾ। ਤਾਂ B ਇਜ਼ ਦਾ ਰਾਈਟ ਆਂਸਰ। ਇਸ ਤਰ੍ਹਾਂ ਤੁਸੀਂ ਐਲੀਮੀਨੇਟ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਾਟ ਇਜ਼ ਦਾ ਫੁੱਲ ਫਾਰਮ ਆਫ BCC। ਤਾਂ ਤੁਹਾਨੂੰ ਮੈਂ CC ਵੀ ਕਰਾਈ ਹੋਈ ਹੈ, BCC ਵੀ ਕਰਾਈ ਹੋਈ ਹੈ। ਜੇ ਤੁਸੀਂ ਨਹੀਂ ਕਰੋਗੇ ਪੇਪਰ ਜਾ ਕੇ ਕਰੋਗੇ CC, ਵੀ ਸਾਨੂੰ ਆਉਂਦਾ ਸੀ, ਸਾਨੂੰ ਅਸੀਂ ਕਿਉਂ ਨਹੀਂ ਕੀਤਾ ਸੀ, ਅਸੀਂ ਪੜ੍ਹ ਲੈਂਦੇ ਸੀ। ਠੀਕ ਹੈ, ਤਾਂ ਕਹਿਣ ਦਾ ਭਾਵ ਕਿ ਹਰੇਕ ਚੀਜ਼ ਕਰਾਈ ਹੋਈ ਹੈ ਰਾਜੇ। 1 ਘੰਟੇ ਦੀ ਵੀਡੀਓ ਪਈ ਹੈ, ਈਮੇਲ ਦੇ ਉੱਪਰ ਗਰੰਟੀ ਆ ਵੀ ਜੇ ਤੁਸੀਂ ਉਹ ਪੜ੍ਹ ਲਓਗੇ, ਮੇਲ ਦੇ ਉੱਪਰ ਕੋਈ ਵੀ ਕੁਐਸਚਨ ਆ ਜਾਂਦਾ ਤੁਹਾਡਾ, ਠੀਕ ਹੈ, ਉਹ ਕੁਐਸਚਨ ਤੁਹਾਡਾ ਮਿਸ ਨਹੀਂ ਹੋਊਗਾ, ਗਰੰਟੀ। ਠੀਕ ਹੈ, ਸਟਾਮ ਤੇ ਲਿਖ ਦਾਂਗੇ ਆਪਾਂ। ਤਾਂ ਇੱਥੇ ਜੀ ਇਹ ਜਿਹੜੇ CC ਤੇ BCC ਆਪਣਾ ਈਮੇਲ ਦੇ ਵਿੱਚ ਯੂਜ਼ ਕੀਤਾ ਜਾਂਦਾ ਰਾਜੇ। ਇਹ ਐਕਚੁਅਲ ਚ ਹੁੰਦਾ ਕੀ ਹੈ, ਮੈਂ ਸਮਝਾਇਆ ਹੋਇਆ ਆਲਰੇਡੀ ਪਹਿਲਾਂ ਵੀਡੀਓ ਦੇ ਵਿੱਚ, ਕਿ ਮੰਨ ਲਓ ਜੇ ਮੈਂ ਕਿਸੇ ਨੂੰ ਮੇਲ ਕਰ ਰਿਹਾ ਮਲਟੀਪਲ ਪਰਸਨ ਨੂੰ, ਜੇ ਤਾਂ ਐਡਰੈਸ ਮੈਂ CC ਦੇ ਵਿੱਚ ਪਾ ਰਿਹਾ ਤਾਂ ਸਭ ਨੂੰ ਦਿਖੂਗਾ ਵੀ ਇਸ ਬੰਦੇ ਨੂੰ ਵੀ ਮੇਲ ਗਈ ਹੈ, ਇਸ ਬੰਦੇ ਨੂੰ ਵੀ ਗਈ ਹੈ, ਤੇ ਇਹ ਬੰਦੇ ਨੇ ਭੇਜੀ ਹੈ, ਤੇ ਇਹਨਾਂ ਨੂੰ ਮੇਲ ਗਈ ਹੈ। ਬਟ ਜੇ ਮੈਂ ਕੀ ਕਰਨਾ, ਸੀਕ੍ਰੇਟ ਰੱਖਣਾ ਹੈ, ਤਾਂ ਮੈਂ ਜਿਹੜਾ BCC ਦੇ ਵਿੱਚ ਐਡਰੈਸ ਪਾਉਂਗਾ ਤਾਂ ਇਹ ਆਪਾਂ ਨੂੰ ਕੋਈ ਕੀ ਹੋ ਜਾਊਗਾ, ਹਾਈਡ ਹੋ ਜਾਊਗਾ। ਆਪਾਂ ਨੂੰ ਪਤਾ ਨਹੀਂ ਲੱਗੂਗਾ ਵੀ ਇਹ ਮੇਲ ਇਸ ਬੰਦੇ ਕੋਲੇ ਵੀ ਗਈ ਹੈ। ਤੈਨੂੰ ਕਹਿ ਦਿੰਦੇ ਰਾਜੇ ਬਲਾਈਂਡ ਕਾਰਬਨ ਕਾਪੀ। ਕੀ ਕਹਿ ਦਿੰਦੇ ਆ, ਬਲਾਈਂਡ ਕਾਰਬਨ ਕਾਪੀ ਕਹਿ ਦਿੰਦੇ। ਉੱਥੇ ਕਈਆਂ ਨੇ ਬਲੈਂਕ ਲਾ ਕੇ ਆਏ ਸੀ, ਕਿਉਂਕਿ ਮੈਨੂੰ ਯਾਦ ਹੈ ਉਸ ਟਾਈਮ ਤੇ
ਇਹ ਬਹੁਤ ਘੱਟ ਬੱਚਿਆਂ ਨੇ ਪੜ੍ਹਿਆ ਸੀਗਾ ਰਾਜੇ, ਉਹਨਾਂ ਨੇ ਬਲਾਈਂਡ ਕਾਰਬਨ ਕਾਪੀ ਲਾਤਾ ਸੀਗਾ, ਠੀਕ ਹੈ। ਤਾਂ ਬਲਾਈਂਡ ਨਹੀਂ, ਸੌਰੀ ਬਲੈਂਕ ਕਾਰਬਨ ਕਾਪੀ ਲਾਤਾ ਸੀ, ਬਲਾਈਂਡ ਹੈ, ਠੀਕ ਹੈ ਜੀ। ਇੱਕ ਪੇਪਰ ਦੇ ਵਿੱਚ ਹੋਰ ਆਇਆ ਸੀ ਸ਼ਾਇਦ, ਆਈ ਥਿੰਕ ਲੀਗਲ ਦੇ ਵਿੱਚ ਆਇਆ ਸੀਗਾ ਜਾਂ ਕਿਸੇ ਲਾਇਬ੍ਰੇਰੀ ਸਾਇੰਸ ਪੇਪਰ ਦੇ ਵਿੱਚ ਆਇਆ ਸੀ, ਉੱਥੇ ਬੱਚਿਆਂ ਨੇ ਬਲੈਂਕ ਲਾਤਾ ਸੀਗਾ। ਤਾਂ ਇਹ ਹੈਗਾ ਜੀ ਰਾਜੇ ਬਲਾਈਂਡ ਕਾਰਬਨ ਕਾਪੀ, ਠੀਕ ਹੈ ਜੀ, ਯਾਦ ਰੱਖ ਲਿਓ। ਅੱਗੇ ਚੱਲਦੇ ਆਪਾਂ, ਅੱਗੇ ਆ ਗਏ ਜੀ, ਇਹ ਹੈਗਾ ਜੀ ਡਾਟਾਬੇਸ ਮੈਨੇਜਮੈਂਟ ਸਿਸਟਮ, DBMS, ਠੀਕ ਹੈ ਜੀ। ਜਿਵੇਂ ਤੁਹਾਡੇ MS ਆਫਿਸ ਦੇ ਵਿੱਚ ਆਉਂਦਾ ਹੈ MS ਅਸੈਸ, ਉਹ ਕਦੇ ਆਪਾਂ ਖੋਲਦੇ ਨਹੀਂ ਵੈਸੇ, ਵਰਡ ਪਾਵਰਪੁਆਇੰਟ ਤੇ ਐਕਸਲ ਯੂਜ਼ ਕਰਦੇ ਆ। MS ਅਸੈਸ ਵੀ ਹੁੰਦਾ ਆਪਣੇ ਮਾਈਕਰੋਸਾਫਟ ਆਫਿਸ ਦੇ ਵਿੱਚ ਆਉਂਦਾ, ਇਨਬਿਲਟ ਇੱਕ ਸੌਫਟਵੇਅਰ, ਉਹਨੂੰ ਕਹਿ ਦਿੰਦੇ ਡਾਟਾਬੇਸ। ਤਾਂ ਇਸ ਤੋਂ ਇਲਾਵਾ ਓਰੈਕਲ ਹੋ ਗਿਆ, ਠੀਕ ਹੈ ਜੀ, ਤੁਹਾਡਾ SQL ਹੋ ਗਿਆ, SQL ਕੁਐਰੀ ਲੈਂਗੁਏਜ ਆਇਆ ਸੀ, ਡਾਟਾਬੇਸ ਦੇ ਵਿੱਚ ਯੂਜ਼ ਹੁੰਦੀ ਹੈ। ਤਾਂ ਇੱਕ ਹੁੰਦਾ ਜੀ RDBMS, ਠੀਕ ਹੈ। RDBMS ਕੀ ਹੁੰਦਾ? ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹਦੇ ਵਿੱਚ ਰਿਲੇਸ਼ਨ ਕੀ ਹੁੰਦਾ? ਟੇਬਲ ਨੂੰ ਰਿਲੇਸ਼ਨ ਦਾ ਨਾਮ ਦਿੱਤਾ ਗਿਆ ਕਿ ਜਿੰਨਾ ਵੀ ਡਾਟਾ ਹੁੰਦਾ ਟੇਬਲ ਦੀ ਫਾਰਮ ਦੇ ਵਿੱਚ ਕੀ ਕੀਤਾ ਜਾਂਦਾ? ਸੇਵ ਕੀਤਾ ਜਾਂਦਾ ਹੈ। ਇਹ ਵੀ ਕੁਐਸਚਨ ਬਹੁਤ ਪੁੱਛਦੇ ਹੁੰਦੇ ਆ ਕਿ RDBMS ਦੇ ਵਿੱਚ ਟੇਬਲ ਨੂੰ ਕੀ ਕਹਿੰਦੇ ਆ? ਤਾਂ ਟੇਬਲ ਨੂੰ ਕਹਿ ਦਿੰਦੇ ਆ ਜੀ ਰਿਲੇਸ਼ਨ, ਠੀਕ ਹੈ ਜੀ। ਤਾਂ ਇੱਥੇ ਪੁੱਛਦਾ ਕੀ ਪਿਆ ਆਪਾਂ ਨੂੰ? ਕਹਿੰਦਾ ਆਪਾਂ ਨੂੰ ਪੁੱਛਦਾ ਪਿਆ, ਕਹਿੰਦਾ RDBMS ਦੇ ਵਿੱਚ ਕਹਿੰਦਾ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਕਹਿੰਦਾ ਮੈਨੇਜ ਡਾਟਾ ਇਨ ਦਾ ਫਾਰਮ, ਮੈਨੇਜ ਡਾਟਾ ਇਨ ਦਾ ਮੋਰ ਦੈਨ ਵਨ ਫਾਈਲ ਐਟ ਵਾਂਸ। ਤਾਂ ਇਟ ਆਰਗੇਨਾਈਜ਼ ਥੀਸ ਫਾਈਲ। ਤਾਂ ਤੁਹਾਨੂੰ ਮੈਂ ਦੱਸਿਆ ਵੀ RDBMS ਦੇ ਵਿੱਚ ਡਾਟਾ ਚਾਹੇ ਇੱਕ ਫਾਈਲ ਹੈ ਚਾਹੇ ਇੱਕ ਤੋਂ ਵੱਧ ਆ, ਕਿਵੇਂ ਆਰਗੇਨਾਈਜ਼ ਕਰੂਗਾ ਰਾਜੇ? ਟੇਬਲ ਦੀ ਫਾਰਮ ਦੇ ਵਿੱਚ ਕਰੂਗਾ। ਤਾਂ ਟੇਬਲ ਨੂੰ ਆਪਾਂ ਇੱਥੇ ਕੀ ਕਹਿ ਦਿੰਦੇ ਆ? ਰਿਲੇਸ਼ਨ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ? ਰਿਲੇਸ਼ਨ, ਠੀਕ ਹੈ ਜੀ। ਤਾਂ ਉੱਥੇ ਪੜ੍ਹ ਲਿਓ, 2 ਵੀਡੀਓ ਪਈਆਂ ਆਪਣੇ ਚੈਨਲ ਤੇ ਥਿਓਰੈਟਿਕਲੀ। ਅੱਗੇ ਜਿਹੜਾ ਕੁਐਸਚਨ ਹੈਗਾ ਥੋੜਾ ਜਿਹਾ ਹਾਈ ਲੈਵਲ ਦਾ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਐਡਵਾਂਟੇਜ ਆਫ ਦਾ ਡਾਟਾਬੇਸ ਅਪਰੋਚ। ਇਹ ਸਿਰਫ ਪਟਵਾਰੀ ਦੇ ਵਿੱਚ ਤੇ ਕੁਝ ਹੋਰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ, ਅਦਰਵਾਈਜ਼ ਮਤਲਬ ਕਿ ਘੱਟ ਆਉਂਦਾ DBMS, ਜਨਰਲ ਪੁੱਛੇ ਜਾਂਦੇ ਕੁਐਸਚਨ, ਲੇਕਿਨ ਇਹ ਥੋੜਾ ਹਾਈ ਲੈਵਲ ਦਾ ਕੁਐਸਚਨ ਹੈ ਕਿਉਂਕਿ ਇਹਦੇ ਵਿੱਚ ਮੈਂਸ਼ਨ ਸੀਗਾ ਸਪੈਸ਼ਲੀ DBMS। ਕਹਿੰਦਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ, ਪਹਿਲੀ ਗੱਲ ਤਾਂ ਆਹ ਇਹ ਕਹਿੰਦਾ ਜੀ ਨੋਟ ਪੁੱਛਿਆ ਇਹਨਾਂ ਨੇ, ਤੇ ਇਹਦਾ ਆਨਸਰ ਹੈਗਾ ਆਹ, ਮੈਂ ਬਾਅਦ ਚ ਦੱਸਦਾ ਕਿਉਂ ਆਨਸਰ ਬਣਿਆ। ਆ ਹੁੰਦਾ ਜੀ ਐਲੀਮੀਨੇਸ਼ਨ ਆਫ ਦਾ ਡਾਟਾ ਰਿਡੰਡੈਂਸੀ, ਠੀਕ ਹੈ, ਰਿਡੰਡੈਂਸੀ। ਰਿਡੰਡੈਂਸੀ ਦਾ ਮਤਲਬ ਹੁੰਦਾ ਡੁਪਲੀਕੇਸੀ। ਕੀ ਹੁੰਦਾ? ਡੁਪਲੀਕੇਟ ਡਾਟਾ। ਤਾਂ ਕਦੇ ਵੀ ਡਾਟਾਬੇਸ ਸਕਸੈਸਫੁਲ ਨਹੀਂ ਹੁੰਦਾ ਜੇ ਆਪਣੇ ਕੋਲ ਡੁਪਲੀਕੇਟ ਡਾਟਾ ਹੋਊਗਾ, ਠੀਕ ਹੈ। ਡੁਪਲੀਕੇਟ ਡਾਟਾ ਦਾ ਮਤਲਬ ਕੀ ਹੈ ਕਿ ਹੁਣ ਮੰਨ ਲਓ ਕਲਾਸ ਦੇ ਵਿੱਚ 2 ਬੱਚੇ ਨੇ, ਦੋਵਾਂ ਦਾ ਨਾਮ ਕੀ ਹੈ? ਰਾਜ ਹੈ, ਤੇ ਇੱਕ ਨੇ ਫੀਸ ਜਮ੍ਹਾਂ ਕਰਾਈ ਹੈ 1000 ਰੁਪਈਆ, ਦੂਜੇ ਦਾ ਨਾਮ ਵੀ ਰਾਜ ਹੈ, ਉਹਨੇ ਫੀਸ ਕਿੰਨੀ ਕਰਾਈ ਹੈ? 2000 ਰੁਪਈਆ ਜਮ੍ਹਾਂ। ਬਟ ਇੱਥੇ ਨਾ ਤਾਂ ਮੇਰੇ ਕੋਲ ਫਾਦਰ ਨੇਮ ਹੈ, ਨਾ ਮਦਰ ਨੇਮ ਹੈ, ਨਾ ਕੋਈ ਹੋਰ ਹੈ। ਤਾਂ ਆਪਾਂ ਆਇਡੈਂਟੀਫਾਈ ਨਹੀਂ ਕਰ ਸਕਦੇ ਵੀ ਇਹ ਕਿਹੜਾ ਰਾਜ ਹੈ ਦੋਵਾਂ ਦੇ ਵਿੱਚੋਂ। ਤਾਂ ਪਰ ਇੱਥੇ ਜੇ ਮੈਂ ਨਾਲ ਇਹਦੇ ਕੋਈ ਫੀਲਡ ਲੈ ਲਵਾਂ, ਰੋਲ ਨੰਬਰ ਲੈ ਲਵਾਂ, ਤਾਂ ਦੋਵਾਂ ਦਾ ਰੋਲ ਨੰਬਰ ਤਾਂ ਸੇਮ ਨਹੀਂ ਹੋਊਗਾ, ਠੀਕ ਹੈ ਜੀ। ਤਾਂ ਡੁਪਲੀਕੇਟ ਡਾਟਾ ਨਹੀਂ ਚੱਲਦਾਗਾ ਆਪਣਾ, ਠੀਕ ਹੈ। ਹਮੇਸ਼ਾ ਡੁਪਲੀਕੇਟ ਡਾਟਾ ਨੂੰ ਕੀ ਕਰੂਗਾ? ਐਲੀਮੀਨੇਟ ਕਰ ਦੂਗਾ, ਕਿਉਂਕਿ ਉਹੀ ਡਾਟਾਬੇਸ ਸਕਸੈਸਫੁਲ ਹੁੰਦਾ ਜਿਹਦੇ ਵਿੱਚ ਡੁਪਲੀਕੇਸੀ ਘੱਟ ਹੋਵੇ। ਤਾਂ ਨਾਰਮਲ ਫਾਰਮ ਦੀ ਹੈਲਪ ਦੇ ਨਾਲ ਕੀ ਕਰਦੇ ਆ ਆਪਾਂ? ਡਾਟਾ ਦੀ ਡੁਪਲੀਕੇਸੀ ਰਿਮੂਵ ਕਰਦੇ ਆ। ਚਲੋ ਇਹ ਤਾਂ ਬਹੁਤ ਹਾਈ ਲੈਵਲ ਦੀਆਂ ਗੱਲਾਂ। ਤਾਂ ਕਹਿਣ ਦਾ ਮਤਲਬ ਆਹ ਚੀਜ਼ ਤਾਂ ਇਹ ਕਰਦਾ ਹੈ। ਅਗਲਾ ਕਹਿੰਦਾ ਜੀ ਅਬਿਲਿਟੀ ਟੂ ਐਸੋਸੀਏਟ ਰਿਲੇਟਿਡ ਡਾਟਾ। ਤਾਂ ਇਹ ਕੀ ਕਰਦਾ? ਜਿਵੇਂ ਜਿੰਨਾ ਵੀ ਡਾਟਾ ਜਿਹੜਾ ਆਪਸ ਵਿੱਚ ਕੀ ਹੁੰਦਾ? ਰਿਲੇਟਿਡ ਹੁੰਦਾ, ਉਹਨੂੰ ਕੀ ਕਰਦਾ? ਇੱਕ ਸੈਂਟਰਲ ਪੁਆਇੰਟ ਤੇ ਜੋੜ ਕੇ ਰੱਖਦਾ। ਕਹਿਣ ਦਾ ਮਤਲਬ ਇੱਕ ਥਾਂ ਤੇ ਇਕੱਠਾ ਕਰ ਦਿੰਦਾ, ਇੱਕੋ ਫਾਈਲ ਦੇ ਵਿੱਚ ਇਕੱਠਾ ਕਰ ਦਿੰਦਾ। ਇਹ ਤਾਂ ਕਰਦਾ ਹੀ ਕਰਦਾ। ਕਹਿੰਦਾ ਜੀ ਇਨਕਰੀਜ਼ ਦਾ ਸਿਕਿਉਰਿਟੀ ਆਫ ਡਾਟਾ। ਹਾਂ, ਇਹਦੇ ਵਿੱਚ ਕੀ ਹੁੰਦਾ? ਆਪਾਂ ਅਸੈਸ ਨਹੀਂ ਕਰ ਸਕਦੇ ਜਿੰਨ ਤੱਕ ਆਪਣੇ ਕੋਲੇ ID ਪਾਸਵਰਡ ਨਹੀਂ ਹੈਗਾਗਾ। ਤਾਂ ਸਿਕਿਉਰਿਟੀ ਦਾ ਪ੍ਰੋਵਾਈਡ ਕਰਦਾ। ਹੁਣ ਗੱਲ ਕਰਦੇ ਹਾਂ, ਨੋਟ ਪੁੱਛਿਆ ਸੀਗਾ। ਤਾਂ ਕਹਿੰਦਾ ਜੀ ਡਾਟਾ ਇਨ ਦਾ ਡਾਟਾਬੇਸ ਇਜ਼ ਇਨਕਨਸਿਸਟੈਂਟ। ਇਨਕਨਸਿਸਟੈਂਟ ਹੁੰਦਾ ਜੀ ਜਦੋਂ ਕੋਈ 2 ਚੀਜ਼ਾਂ ਮੈਚ ਨਾ ਕਰਦੀਆਂ ਹੁਣ ਇੱਕੋ ਬੰਦੇ ਬਾਰੇ। ਕਿਵੇਂ ਨਾਲ ਮੈਚ ਕਰਦੀ ਆ? ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ, ਦੇਖੋ ਐਗਜ਼ਾਮਪਲ ਕਰਾਉਣਾ, ਪਹਿਲਾਂ ਮੈਂ ਇਹਨੂੰ ਕਰਦਾ ਅਰੇਜ਼, ਜਿਹੜਾ ਆਪਾਂ ਪਿੱਛੇ ਮਾਰਿਆ ਗੰਦ, ਠੀਕ ਹੈ, ਇਹਨੂੰ ਕਰਦੇ ਆ ਅਰੇਜ਼। ਹੁਣ ਦੇਖੋ ਆਪਣੇ ਕੋਲ ਇੱਕ ਟੇਬਲ ਸੀਗਾ ਫਾਈਨੈਂਸ਼ੀਅਲ ਦੇ ਵਿੱਚ ਕੀ ਕੀਤਾ ਜੀ? ਇੱਕ ਬੰਦਾ ਸੀਗਾ ਜੌਨ ਨਾਮ ਦਾ EMPLOYE ਸੀਗਾ, ਉਹਦੀ 1000 ਸੈਲਰੀ ਸੀਗੀ, ਠੀਕ ਹੈ। ਤਾਂ HR ਵਾਲਿਆਂ ਨੇ ਕੀ ਕੀਤਾ ਜੀ? ਉੱਥੇ ਜੌਨ ਦੀ ਸੈਲਰੀ ਕਰਤੀ 2000, ਮਤਲਬ ਕਿ ਜਿਹੜਾ HR ਡਿਪਾਰਟਮੈਂਟ ਅਲੱਗ ਹੈ, ਫਾਈਨੈਂਸ਼ੀਅਲ ਡਿਪਾਰਟਮੈਂਟ ਅਲੱਗ ਹੈ, ਜਿਹੜਾ ਟਾਰਗੇਟ ਡਾਟਾਬੇਸ ਮਤਲਬ ਕਿ ਇਹ ਜਿਹੜਾ ਜਿੱਥੋਂ ਆਪਾਂ ਡਿਸੀਜਨ ਲੈਣਾ ਉਹਨੂੰ ਕਹਿੰਦੇ ਟਾਰਗੇਟ ਡਾਟਾਬੇਸ। ਫਾਈਨੈਂਸ਼ੀਅਲ ਵਾਲੇ ਕਹਿੰਦੇ ਜੀ ਜੌਨ ਦੀ ਸੈਲਰੀ 1000 ਹੈ, ਲੇਕਿਨ HR ਵਾਲੇ ਨੇ ਗਲਤੀ ਨਾਲ ਕੀ ਕਰਤੀ? 2000 ਲਿਖਤੀ, ਠੀਕ ਹੈ ਜੀ। ਹੁਣ ਜਦੋਂ ਡਾਟਾ ਆਪਾਂ ਜਦੋਂ ਸਿਲੈਕਟ ਕਰਨਾ ਵੀ ਆਪਾਂ ਪਤਾ ਕਰਨਾ ਵੀ ਜੌਨ ਦੀ ਕਿੰਨੀ ਸੈਲਰੀ ਆ, ਆਹ ਬੰਦੇ ਕਹਿੰਦੇ ਆ ਵੀ ਇਹਦੀ 1000 ਸੈਲਰੀ ਆ, ਕਹਿੰਦੇ ਜੀ 2000 ਸੈਲਰੀ ਹੈ। ਤਾਂ ਇਹਨੂੰ ਕਹਿ ਦਿੰਦੇ ਡਾਟਾ ਇਨਕਨਸਿਸਟੈਂਸੀ, ਕਹਿ ਦਿੰਦੇ ਆ ਵੀ ਆਹ ਡਾਟਾ ਆਪਸ ਵਿੱਚ ਮੈਚ ਹੀ ਨਹੀਂ ਕਰ ਰਿਹਾ। ਤਾਂ ਆਪਾਂ ਡਿਸੀਜਨ ਨਹੀਂ ਲੈ ਸਕਦੇ ਬਈ ਕਿਹੜਾ ਸਹੀ ਹੈ। ਹੋ ਸਕਦਾ 1000 ਵਾਲਾ ਸਹੀ ਹੋਵੇ, ਹੋ ਸਕਦਾ 2000 ਵਾਲਾ ਸਹੀ ਹੋਵੇ। ਤਾਂ ਇਹ ਚੀਜ਼ ਨੂੰ ਰਿਮੂਵ ਕਰਦਾ ਹਮੇਸ਼ਾ ਕੌਣ? ਡਾਟਾਬੇਸ ਮੈਨੇਜਮੈਂਟ ਸਿਸਟਮ। ਬਟ ਇੱਥੇ ਲਿਖਿਆ ਵੀ ਇਹ ਨਹੀਂ ਕਰਦਾ। ਤਾਂ ਇਹ ਕਰਦਾ ਭਾਈ, ਕਹਿੰਦਾ ਉਹਨੇ ਨੋਟ ਪੁੱਛਿਆ ਸੀ, ਤਾਂ ਇਹ ਆ ਜਾਊਗਾ ਤੁਹਾਡਾ ਰਾਈਟ ਆਨਸਰ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਜੇ ਨਹੀਂ ਸਮਝ ਆਇਆ ਤਾਂ ਤੁਹਾਨੂੰ ਪੜ੍ਹਨੀ ਪਊਗੀ ਥਿਓਰੈਟੀਕਲ ਵੀਡੀਓ। ਤਾਂ ਪੜ੍ਹੋ ਜੀ, ਜਾ ਕੇ ਮਿਹਨਤਾਂ ਕਰੋ, ਮਿਹਨਤਾਂ ਨੂੰ ਫਲ ਲੱਗਦੇ ਆ। ਤਾਂ ਚਲੋ ਜੀ ਆਪਾਂ ਅੱਗੇ ਚੱਲਦੇ ਆ, ਨੈਕਸਟ ਮੂਵ ਕਰਦੇ ਆ ਅਗਲੇ ਕੁਐਸਚਨ ਵੱਲ। ਹੋ ਜਾ ਭਾਈ। ਅੱਛਾ ਜੀ, ਅੱਗੇ ਗੱਲ ਕਰਦੇ, ਕਹਿੰਦਾ ਜੀ ਵਾਟ ਇਜ਼ ਦਾ ਪਰਪਸ ਆਫ ਦਾ ਕੰਟਰੋਲ ਪਲੱਸ ਆਰ ਇਨ ਦਾ MS ਵਰਡ। ਤਾਂ MS ਵਰਡ ਦੀਆਂ ਸਾਰੀਆਂ ਸ਼ਾਰਟਕਟ ਕੀਜ਼ 2019 ਦੀਆਂ ਆਪਾਂ ਕਰਾ ਰੱਖੀਆਂ, ਬਾਕੀ ਰਿਵੀਜ਼ਨ ਇੱਥੇ ਵੀ ਕਰਾ ਦਾਂਗੇ, ਤੁਹਾਨੂੰ ਚਿੰਤਾ ਨਹੀਂ ਕਰਨੀ ਕਿਉਂਕਿ ਤੁਹਾਨੂੰ ਲੱਭਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਤਾਂ ਗੱਲ ਕਰਦੇ ਹਾਂ ਜੀ, ਆਪਣੇ ਕੋਲੇ ਅਲਾਈਨਮੈਂਟ ਹੁੰਦੀ ਹੈ। ਤਾਂ ਆਪਣੇ ਕੋਲੇ ਹੁੰਦੀ ਹੈ ਜੀ 4 ਤਰ੍ਹਾਂ ਦੀ ਅਲਾਈਨਮੈਂਟ। ਇੱਕ ਹੁੰਦੀ ਹੈ ਜੀ ਲੈਫਟ ਅਲਾਈਨਮੈਂਟ, ਇੱਕ ਹੁੰਦੀ ਹੈ ਜੀ ਸੈਂਟਰ ਅਲਾਈਨਮੈਂਟ, ਇੱਕ ਹੁੰਦੀ ਹੈ ਰਾਈਟ, ਤੇ ਇੱਕ ਹੁੰਦੀ ਜਸਟੀਫਾਈ। ਜਸਟੀਫਾਈ ਯੂਜ਼ ਹੁੰਦੀ ਹੈ ਜਿੱਥੇ ਆਪਾਂ ਕੋਈ ਮੈਗਜ਼ੀਨ ਦੇ ਵਿੱਚ ਕੋਈ ਡਾਟਾ ਛਾਪਦੇ ਹਾਂ, ਨਿਊਜ਼ਪੇਪਰ ਦੇ ਵਿੱਚ ਛਾਪਦੇ ਹਾਂ,
ਤੇ ਇਹਦਾ ਸ਼ਾਰਟਕਟ ਹੁੰਦਾ Ctrl+J। ਰਾਈਟ ਦਾ ਹੁੰਦਾ ਰਾਜੇ Ctrl+R ਤੇ ਜ਼ਿਆਦਾ ਪੁੱਛਦੇ ਆ ਜੀ ਸੈਂਟਰ ਦਾ, ਕਿਉਂਕਿ ਸੈਂਟਰ ਦੇ ਵਿੱਚ Ctrl+E ਹੁੰਦਾ। ਹੁਣ Ctrl+C ਤਾਂ ਨਹੀਂ ਹੁੰਦਾ ਕਿਉਂਕਿ Ctrl+C ਵਰਡ ਦੇ ਵਿੱਚ ਕਾਹਦੇ ਵਾਸਤੇ ਵਰਤਿਆ ਜਾਂਦਾ, ਕਾਪੀ ਕਰਨ ਵਾਸਤੇ। ਤਾਂ ਇਹ ਯਾਦ ਰੱਖ ਲਿਓ, ਜ਼ਿਆਦਾਤਰ ਇਹ ਪੁੱਛਦੇ ਆ। ਤਾਂ ਇਹਨੇ ਲੈਫਟ ਜਾਣ ਵਾਸਤੇ Ctrl+L। ਤਾਂ ਇਹਨਾਂ ਨੇ ਬਹੁਤ ਸੌਖਾ ਕੁਐਸਚਨ ਪੁੱਛਿਆ, ਜ਼ਿਆਦਾਤਰ Ctrl+E ਪੁੱਛਦਾ ਪੀਟਰ ਬੋਰਡ। ਤਾਂ Ctrl+R ਕਾਹਦੇ ਵਾਸਤੇ ਹੁੰਦਾ ਰਾਜੇ, Ctrl+R ਹੁੰਦਾ ਕਹਿੰਦਾ ਜੀ ਦਿਸ ਕਮਾਂਡ ਰਾਈਟ ਅਲਾਈਨ ਦਾ ਸਿਲੈਕਟਡ ਪੈਰਾਗ੍ਰਾਫ। ਚਾਹੇ ਤੁਸੀਂ ਕੋਈ ਟੈਕਸਟ ਸਿਲੈਕਟ ਕਰ ਲਓ, ਕੋਈ ਵੀ ਇਮੇਜ ਸਿਲੈਕਟ ਕਰ ਲਓ, ਕੋਈ ਪੈਰਾਗ੍ਰਾਫ ਸਿਲੈਕਟ ਕਰ ਲਓ, ਸਾਰਿਆਂ ਨੂੰ ਕੀ ਕਰ ਦੂਗਾ, ਰਾਈਟ ਅਲਾਈਨਮੈਂਟ ਕਰ ਦੂਗਾ। ਤਾਂ ਰਾਈਟ ਅਲਾਈਨਮੈਂਟ ਕਰ ਦੂਗਾ, ਬਾਈ ਡਿਫਾਲਟ ਲੈਫਟ ਹੁੰਦੀ ਹੈ ਤਾਂ ਰਾਈਟ ਕਰ ਦੂਗਾ, ਜੇ ਸੈਂਟਰ ਕਰ ਲਓਗੇ ਸੈਂਟਰ ਕਰ ਦੂਗਾ, ਜੇ ਜਸਟੀਫਾਈ ਕਰ ਲਓਗੇ ਜਸਟੀਫਾਈ ਕਰ ਦੂਗਾ। ਤਾਂ ਇੱਥੇ ਆਨਸਰ ਅਕੋਰਡਿੰਗ ਟੂ ਕੁਐਸਚਨ ਡੀ ਆਊਗਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਇਜ਼ ਯੂਜ਼ਡ ਇਨ ਦਾ MS ਵਰਡ ਟੂ ਓਪਨ ਦਾ ਸੇਵ ਐਜ਼ ਡਾਇਲੌਗ ਬਾਕਸ। ਤਾਂ ਰਾਜੇ ਫੰਕਸ਼ਨ ਕੀਜ਼ ਹੁੰਦੀਆਂ ਨੇ F1 ਤੋਂ ਲੈ ਕੇ F12। ਮੋਸਟ ਇੰਪੋਰਟੈਂਟ ਹੈ ਜੀ, ਇਹਨਾਂ ਦੀ ਸ਼ਾਰਟਕਟ ਕੀਜ਼ ਕਿਸੇ ਨਾ ਕਿਸੇ ਪੇਪਰ ਦੇ ਵਿੱਚ 101% ਪੁੱਛੀ ਜਾਂਦੀ ਹੈ। ਕਿਹੜੀਆਂ ਜ਼ਿਆਦਾ ਪੁੱਛੀਆਂ ਜਾਂਦੀਆਂ, ਕਿਹੜੀਆਂ ਨਹੀਂ ਪੁੱਛੀਆਂ ਜਾਂਦੀਆਂ, ਆਪਾਂ ਅੱਗੇ ਡਿਸਕਸ ਕਰਦੇ ਹਾਂ। ਮੈਂ ਸਾਰਾ ਕੁਝ ਕਰਾ ਕੇ ਜਾਊਂਗਾ ਤੁਹਾਨੂੰ ਇਸੇ ਵੀਡੀਓ ਦੇ ਵਿੱਚ, ਚਿੰਤਾ ਨਹੀਂ ਕਰਨੀ, ਤੁਹਾਡਾ ਟਾਈਮ ਨਹੀਂ ਖਰਾਬ ਕਰਦੇ। ਤਾਂ ਸੇਵ ਐਜ਼ ਡਾਇਲੌਗ ਬਾਕਸ ਖੋਲਣ ਵਾਸਤੇ ਰਾਜੇ ਵਰਤੀ ਜਾਂਦੀ ਹੈ F12। ਇਹ ਮੇਰੇ ਤੋਂ ਗਰੰਟੀ ਲੈ ਲਓ, ਇਹ ਪੇਪਰ 101% ਕਿਸੇ ਵੀ ਪੇਪਰ ਦੇ ਵਿੱਚ ਪੁੱਛਿਆ ਜਾਊਗਾ, ਆਉਣ ਵਾਲੇ ਕਿਸੇ ਪੇਪਰ ਵਾਸਤੇ। ਤਾਂ ਗਰੰਟੀ ਹੈ, ਮੈਂ ਲਿਖਿਆ ਹੋਇਆ ਦੇਖੋ, ਆਈ ਤੁਹਾਨੂੰ ਸਕਰੀਨਸ਼ਾਟ ਦਿਖਾਊਂਗਾ ਜਦੋਂ ਪੇਪਰ ਦੇ ਵਿੱਚ ਆਇਆ। ਤਾਂ ਗਰੰਟੀ ਲਿਖਤੀ ਮੈਂ ਉੱਪਰ ਵੀ 100% ਆਊਗਾ। ਤਾਂ ਸੇਵ ਐਜ਼ ਡਾਇਲੌਗ ਬਾਕਸ ਖੋਲਣ ਵਾਸਤੇ ਹੁੰਦੀ ਹੈ ਜੀ F12। ਹੁਣ ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਜੇ ਮੈਂ ਗੱਲ ਕਰਾਂ ਜੀ F1 ਕੀ ਦੀ, F1 ਕੀ ਹੁੰਦੀ ਹੈ ਹੈਲਪ ਵਾਸਤੇ। ਕਿਸੇ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ F1 ਕੀ ਨੱਪ ਦੋ, ਚਾਹੇ ਤੁਸੀਂ ਵਰਡ ਖੋਲਿਆ, ਐਕਸਲ ਖੋਲਿਆ, ਪਾਵਰ ਪੁਆਇੰਟ ਖੋਲਿਆ, ਪੇਂਟ ਖੋਲਿਆ, ਤਾਂ F1 ਨਾਲ ਕੀ ਹੋ ਜਾਊਗਾ, ਉਸ ਪ੍ਰੋਗਰਾਮ ਦੇ ਰਿਲੇਟਡ ਤੁਹਾਨੂੰ ਹੈਲਪ ਮੈਨੂ ਅਪੀਅਰ ਹੋ ਜਾਊਗਾ। F2 ਹੁੰਦੀ ਹੈ ਰਾਜੇ ਜ਼ਿਆਦਾਤਰ ਜਿਹੜੀ ਪੇਪਰਾਂ 'ਚ ਪੁੱਛੀ ਜਾਂਦੀ ਹੈ ਰਾਜੇ, ਰੀਨੇਮ ਕਰਨ ਵਾਸਤੇ। ਤੁਸੀਂ ਕਿਸੇ ਫਾਈਲ ਨੂੰ ਰੀਨੇਮ ਕਰਨਾ, ਠੀਕ ਹੈ, ਕਿਸੇ ਫੋਲਡਰ ਨੂੰ ਰੀਨੇਮ ਕਰਨਾ, ਉਹਦੇ ਵਾਸਤੇ ਹੈ। ਤਾਂ F3 ਰਾਜੇ, F3 ਜਿਹੜੀ ਬੇਸਿਕਲੀ ਪੇਪਰਾਂ 'ਚ ਪੁੱਛੀ ਜਾਂਦੀ ਹੈ, ਉਹ ਪੁੱਛੀ ਜਾਂਦੀ ਹੈ ਜੀ Shift+F3। ਤਾਂ ਜਿਹੜੀ Shift+F3 ਹੈ ਰਾਜੇ, ਉਹ ਵਰਤੀ ਜਾਂਦੀ ਹੈ ਚੇਂਜ ਕੇਸ ਵਾਸਤੇ। ਚੇਂਜ ਕੇਸ ਦਾ ਮਤਲਬ ਕੀ ਹੁੰਦਾ ਹੈ ਕਿ ਮੰਨ ਲਓ ਜਿਵੇਂ ਮੈਂ ਹੈਲੋ ਲਿਖਿਆ, ਤਾਂ ਹੈਲੋ ਲਿਖਿਆ, ਜੋ ਮੈਂ ਇਹਨੂੰ ਸਿਲੈਕਟ ਕਰਕੇ ਕੀ ਕਰੂੰਗਾ, Shift+F3 ਨੱਪੂੰਗਾ, ਤਾਂ ਇਹ ਕੀ ਕਰੂਗਾ, H ਵੱਡਾ ਕਰ ਦੂਗਾ, ਬਾਕੀ ਛੋਟੇ ਅੱਖਰ ਕੀ ਆ ਲੋਅਰ ਕੇਸ ਦੇ ਵਿੱਚ। ਫਿਰ ਮੈਂ ਸਿਲੈਕਟ ਕਰੂੰਗਾ, ਫਿਰ Shift+F3 ਕਰੂੰਗਾ, ਤਾਂ ਸਾਰਿਆਂ ਨੂੰ ਕੀ ਕਰ ਦੂਗਾ, ਅਪਰ ਕੇਸ ਦੇ ਵਿੱਚ ਕਰ ਦੂਗਾ। ਤਾਂ ਕਹਿਣ ਦਾ ਮਤਲਬ ਦੁਬਾਰਾ ਫਿਰ ਕਰ ਦਾਂਗੇ ਤਾਂ ਦੁਬਾਰਾ ਓਰੀਜਨਲ ਦੇ ਵਿੱਚ ਆ ਜਾਊਗਾ, ਫਿਰ ਲੋਅਰ ਕੇਸ ਦੇ ਵਿੱਚ ਆ ਜਾਊਗਾ। ਤਾਂ ਕਹਿਣ ਦਾ ਮਤਲਬ ਚੇਂਜ ਕੇਸ ਮਤਲਬ ਕਿ ਚੇਂਜ ਦਾ ਟੈਕਸਟ ਇਨ ਦਾ ਮਾਈਕਰੋਸਾਫਟ ਵਰਡ ਫਰੋਮ ਦਾ ਅਪਰ ਟੂ ਲੋਅਰ ਕੇਸ ਔਰ ਕੈਪੀਟਲ ਲੈਟਰ ਐਟ ਦਾ ਬਿਗਨਿੰਗ ਆਫ ਐਵਰੀ ਵਰਡ। ਤਾਂ ਇਹਦੇ ਵਾਸਤੇ ਹੁੰਦਾ ਜੀ ਚੇਂਜ ਕੇਸ ਵਾਸਤੇ ਬਹੁਤ ਪੁੱਛਿਆ ਜਾਂਦਾ ਹੈ। F4 ਦੇ ਵਿੱਚ ਬੱਚੇ ਬੜੇ ਕਨਫਿਊਜ਼ ਹੁੰਦੇ ਆ, ਕਿਤੇ ਕੰਟਰੋਲ F4 ਯੂਜ਼ ਹੁੰਦਾ, ਕਿਤੇ Alt F4 ਯੂਜ਼ ਹੁੰਦਾ। ਤਾਂ ਰਾਜੇ ਧਿਆਨ ਦੇ ਨਾਲ Alt+F4 ਹੁੰਦਾ, ਜਦ ਕਹਿੰਦਾ ਕਲੋਜ਼ ਦਾ ਪ੍ਰੋਗਰਾਮ ਵਿੰਡੋ ਕਰੰਟਲੀ ਐਕਟਿਵ ਇਨ ਦਾ ਮਾਈਕਰੋਸਾਫਟ ਵਿੰਡੋ। ਤਾਂ ਇਹ ਗੱਲ ਇੱਥੇ ਵਿੰਡੋ ਦੀ ਹੋ ਰਹੀ ਹੈ, ਵਰਡ ਦੀ ਨਹੀਂ ਹੋ ਰਹੀ, ਠੀਕ ਹੈ। ਇੱਥੇ ਗੱਲ ਵਿੰਡੋ ਦੀ ਹੋ ਰਹੀ ਹੈ। ਵਿੰਡੋ ਦੇ ਵਿੱਚ ਤੁਸੀਂ ਕੋਈ ਪ੍ਰੋਗਰਾਮ ਓਪਨ ਕੀਤਾ, ਚਾਹੇ ਤੁਸੀਂ ਕੋਈ ਬਰਾਊਜ਼ਰ ਖੋਲਿਆ ਜਾਂ ਤੁਸੀਂ ਕੋਈ ਪੇਂਟ ਖੋਲਿਆ ਹੋਇਆ, ਜੇ ਮੈਂ Alt+F4 ਕਰ ਦੂੰਗਾ, ਉਹਨੂੰ ਕੀ ਕਰ ਦੂਗਾ, ਇਹ ਕਲੋਜ਼ ਕਰ ਦੂਗਾ, ਠੀਕ ਹੈ ਜੀ, ਕਲੀਅਰ। Alt+F4। ਜੇ ਮੈਂ Ctrl+F4 ਕਰੂੰਗਾ ਤਾਂ ਇਹ ਕੀ ਕਰੂਗਾ, ਜਿਹੜਾ ਵਰਡ ਖੋਲਿਆ ਹੋਇਆ ਆਪਾਂ, ਜਿਹੜੀ ਵਰਡ ਦੇ ਵਿੱਚ ਓਪਨ ਕੀਤੀ ਹੋਈ ਆਪਾਂ, ਜਿਹੜੀ ਐਕਟਿਵ ਵਿੰਡੋ ਓਪਨ ਕੀਤੀ ਹੋਈ ਹੈ, ਕੀ ਕਰੂਗਾ, ਉਹਨੂੰ ਬੰਦ ਕਰ ਦੂਗਾ। ਮੰਨ ਲਓ ਤੁਸੀਂ ਦੋ ਵਿੰਡੋ ਓਪਨ ਕੀਤੀਆਂ ਹੋਈਆਂ ਵਰਡ ਦੀਆਂ, ਦੋ ਫਾਈਲਾਂ ਓਪਨ ਕੀਤੀਆਂ, ਤਾਂ ਜਿਹੜੀ ਕਰੰਟਲੀ ਹੋਊਗੀ ਉਹਨੂੰ ਬੰਦ ਕਰ ਦੂਗਾ, ਦੂਜੀ ਨੂੰ ਬੰਦ ਨਹੀਂ ਕਰੂਗਾ। ਤਾਂ ਸਾਰੇ ਵਰਡ ਨੂੰ ਨਹੀਂ ਬੰਦ ਕਰਦਾ, ਕਰੰਟਲੀ ਜਿਹੜਾ ਡਾਕੂਮੈਂਟ ਓਪਨ ਹੋਇਆ ਉਹਨੂੰ ਬੰਦ ਕਰ ਦਿੰਦਾ ਹੈ। ਕਲੀਅਰ ਹੈ, ਇਹ ਕਰਕੇ ਦੇਖ ਲਿਓ ਪ੍ਰੈਕਟੀਕਲੀ, ਬਾਕੀ ਮੈਂ ਵੀ ਕਰਕੇ ਦਿਖਾ ਦੂੰਗਾ ਕਦੇ। ਅੱਗੇ ਗੱਲ ਕਰਦੇ ਹਾਂ ਜੀ, F5 ਬੇਸਿਕਲੀ ਹੁੰਦਾ ਰੀਫਰੈਸ਼ ਕਰਨ ਵਾਸਤੇ। ਆਪਾਂ ਰੀਫਰੈਸ਼ ਕਰ ਸਕਦੇ ਹਾਂ ਆਪਣੇ ਜਿੰਨੇ ਵੀ ਜੋ ਵੀ ਆਪਣੇ ਕੋਲੇ ਡਾਟਾ ਹੁੰਦਾ ਜਾਂ ਆਈਕਨਸ ਹੁੰਦੇ ਨੇ। ਤੇ ਦੂਜਾ ਇਹ ਆਪਾਂ ਅਗਰ ਵੈਬ ਬਰਾਊਜ਼ਰ ਦੀ ਗੱਲ ਕਰੀਏ, ਵੈਬ ਬਰਾਊਜ਼ਰ ਦੇ ਵਿੱਚ ਆਪਾਂ ਕਾਹਦੇ ਵਾਸਤੇ ਕਰਦੇ ਹਾਂ, ਰੀਲੋਡ ਕਰਨ ਵਾਸਤੇ, ਪੇਜ ਨੂੰ ਦੁਬਾਰਾ ਲੋਡ ਕਰਨ ਵਾਸਤੇ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਰੀਲੋਡ ਬਟਨ। ਕੀ ਕਹਿ ਦਿੰਦੇ ਆ, ਰੀਲੋਡ ਬਟਨ, ਠੀਕ ਹੈ ਜੀ, ਜਿਹੜਾ ਐ ਹੁੰਦਾ, ਠੀਕ ਹੈ, ਰੀਲੋਡ। ਇਸ ਤੋਂ ਇਲਾਵਾ ਜਿਹੜਾ ਬੇਸਿਕਲੀ ਪੇਪਰਾਂ 'ਚ ਪੁੱਛਿਆ ਜਾਂਦਾ ਰਾਜੇ, ਪਾਵਰ ਪੁਆਇੰਟ ਦੇ ਵਿੱਚ ਕੀ ਹੁੰਦਾ, ਇੱਕ ਸਲਾਈਡ ਸ਼ੋ ਹੁੰਦਾ ਹੈ। ਤਾਂ ਸਲਾਈਡ ਸ਼ੋ ਨੂੰ ਚਲਾਉਣ ਵਾਸਤੇ ਹੁੰਦਾ ਰਾਜੇ ਸ਼ਾਰਟਕਟ ਕੀ F5 ਹੁੰਦੀ ਹੈ। ਇਹ ਕੀ ਕਰਦੀ ਹੈ, ਬਾਈ ਡਿਫਾਲਟ ਇਹ ਬਿਗਨਿੰਗ ਤੋਂ ਚਲਾਉਂਦੀ ਹੈ, ਫਸਟ ਸਲਾਈਡ ਤੋਂ ਚਲਾਉਂਦੀ ਹੈ। ਬਟ ਮੰਨ ਲਓ ਹੁਣ ਜਿਵੇਂ ਮੇਰੇ ਕੋਲ ਸਲਾਈਡ ਬਣੀਆਂ ਪਈਆਂ, 1 ਨੰਬਰ ਸਲਾਈਡ ਹੈ, 2 ਨੰਬਰ ਹੈ, 3 ਨੰਬਰ ਹੈ, ਤੇ ਅੱਗੇ 4 ਤੇ 5 ਵੀ ਹੈਗੀਆਂ, ਪਰ ਮੈਂ ਹੁਣ 1 ਨੰਬਰ ਤੋਂ ਨਹੀਂ ਚਲਾਉਣਾ, ਮੈਂ 3 ਤੋਂ ਸਟਾਰਟ ਕਰਨਾ ਹੈ। ਤਾਂ ਉਹਦੇ ਵਾਸਤੇ ਹੁੰਦੀ ਹੈ ਜੀ Shift+F5। ਤਾਂ Shift+F5 ਕਾਹਦੇ ਵਾਸਤੇ ਹੁੰਦੀ ਹੈ, ਸਟਾਰਟ ਦਾ ਸਲਾਈਡ ਸ਼ੋ ਫਰੋਮ ਦਾ ਕਰੰਟਲੀ ਐਕਟਿਵ ਸਲਾਈਡ। ਜਿੱਥੋਂ ਸਲਾਈਡ ਐਕਟਿਵ ਹੈ ਜਿਹੜੀ, ਉੱਥੋਂ ਸਟਾਰਟ ਕਰਨਾ ਤਾਂ ਉੱਥੋਂ ਕਰ ਸਕਦੇ ਹਾਂ, ਨਹੀਂ ਬਾਈ ਡਿਫਾਲਟ F5 ਤੋਂ ਕਰਾਂਗੇ ਤਾਂ ਬਾਈ ਡਿਫਾਲਟ ਬਿਗਨਿੰਗ ਤੋਂ ਕਰੂਗਾ, ਠੀਕ ਹੈ ਜੀ, ਕਲੀਅਰ ਹੈ। ਇੱਕ ਚੀਜ਼ ਹੋਰ ਪੁੱਛੀ ਜਾਂਦੀ ਹੁੰਦੀ ਹੈ, ਸਲਾਈਡ ਸ਼ੋ ਨੂੰ ਐਂਡ ਕਰਨ ਵਾਸਤੇ ਕਿਹੜੀ ਕੀ ਨੱਪੀ ਜਾਂਦੀ ਰਾਜੇ, ਐਸਕੇਪ ਕੀ। ਐਸਕੇਪ ਕੀ ਇੰਨੀ ਪਾਵਰਫੁਲ ਹੈ ਕਿ ਕਿਸੇ ਵੀ ਪ੍ਰੋਗਰਾਮ ਨੂੰ ਐਗਜ਼ਿਟ ਕਰਨ ਵਾਸਤੇ, ਬੰਦ ਕਰਨ ਵਾਸਤੇ ਹੁੰਦੀ ਹੈ ਰਾਜੇ ਐਸਕੇਪ ਕੀ। ਤੇ ਇਹਦੇ ਬਾਰੇ ਇੱਕ ਇੰਟਰਸਟਿੰਗ ਫੈਕਟ ਇਹ ਹੈ ਕਿ ਤੁਹਾਡੇ ਕੀਬੋਰਡ ਦੀ ਸਭ ਤੋਂ ਪਹਿਲੀ ਕੀ ਹੈ। ਇਹ ਪੁੱਛਿਆ ਗਿਆ ਸੀ ਇੱਕ ਵਾਰੀ ਪੇਪਰਾਂ ਦੇ ਵਿੱਚ, ਪੁੱਡਾ ਦੇ ਵਿੱਚ, ਕਿ ਤੁਹਾਡੇ ਕੀਬੋਰਡ ਦੀ ਸਭ ਤੋਂ ਪਹਿਲੀ ਕੀ ਕਿਹੜੀ ਹੈ। ਤਾਂ ਐਸਕੇਪ ਕੀ ਹੈ ਰਾਜੇ, ਲੈਫਟ ਟਾਪ ਮੋਸਟ ਲੈਫਟ ਦੇ ਵਿੱਚ ਜਾ ਕੇ ਦੇਖਿਓ, ਸਭ ਤੋਂ ਪਹਿਲੀ ਤੁਸੀਂ ਟਾਈਪਿੰਗ ਕਰਦੇ ਹੀ ਹੋਵੋਗੇ ਤਾਂ ਤੁਹਾਨੂੰ ਪਤਾ ਹੋਊਗਾ, ਕਿਉਂਕਿ ਤੁਹਾਡੀਆਂ ਉਂਗਲਾਂ ਟਿਕ ਗਈਆਂ ਹੋਣਗੀਆਂ ਹੁਣ, ਠੀਕ ਹੈ ਜੀ। ਤਾਂ ਐਸਕੇਪ ਕੀ ਹੁੰਦੀ ਹੈ ਕਿ ਲੈਫਟ ਕੀ ਹੁੰਦੀ ਹੈ। ਅੱਗੇ ਗੱਲ ਕਰੀਏ F7 ਤੋਂ ਵੀ ਬਹੁਤ ਕੁਐਸਚਨ ਪੁੱਛਦੇ ਰਾਜੇ। ਇਹ ਹੁੰਦਾ ਜੀ ਆਟੋਮੈਟਿਕਲੀ ਗ੍ਰਾਮਰ ਚੈੱਕ ਵਾਸਤੇ ਹੁੰਦਾ ਹੈ, ਠੀਕ ਹੈ। ਜਿਵੇਂ ਮੰਨ ਲਓ ਕੋਈ ਵਰਡ ਦੇ ਵਿੱਚ ਮੈਂ ਲਿਖ ਰਿਹਾ
मैं मान लो कोई भी चीज लिखना है, मैं मान लो कि ਬਿਊਟੀਫੁਲ ਲਿਖਣਾ ਹੈ, ਮੈਂ ਬਿਊਟੀਫੁਲ ਦੇ ਅਗਰ ਮੈਂ ਸਪੈਲਿੰਗ ਗਲਤ ਲਿਖ ਦੇਣਾ, ਉਹ ਥੱਲੇ ਰੈੱਡ ਵੇਵ ਆ ਜਾਂਦੀ ਹੈ। ਤਾਂ ਇਹ ਕੀ ਕਰਦੇ ਆ ਜੀ, ਆਪਾਂ ਇੱਕ ਆਪਸ਼ਨ ਔਨ ਕਰ ਸਕਦੇ ਹਾਂ, ਆਟੋ ਸਪੈਲ ਚੈੱਕਰ। ਠੀਕ ਹੈ, ਇਹ ਆਟੋਮੈਟਿਕਲੀ ਗ੍ਰਾਮਰ ਨੂੰ ਚੈੱਕ ਕਰਦਾ। ਠੀਕ ਹੈ, ਉਹਦੇ ਵਾਸਤੇ ਹੁੰਦਾ ਜੀ F7 ਕੀ, ਬਹੁਤ ਪੁੱਛਦੇ ਆ। ਇੱਕ ਪੁੱਛ ਲੈਂਦੇ ਹੁੰਦੇ ਸ਼ਿਫਟ ਪਲੱਸ F7 ਕਾਹਦੇ ਵਾਸਤੇ ਹੁੰਦਾ ਰਾਜੇ, ਥਰੀਜ਼ਰ ਟੂਲ ਵਾਸਤੇ ਹੁੰਦਾ, ਜਿਹਦੇ ਵਿੱਚ ਆਪਾਂ ਸਿਨੋਨਿਮ ਐਂਟੋਨਿਮ ਦੇਖਦੇ ਹਾਂ, ਜਿਹਦੇ ਵਿੱਚ ਸਮਾਨਾਰਥਕ ਤੇ ਵਿਰੋਧੀ ਸ਼ਬਦ ਦੇਖਦੇ ਹਾਂ ਆਪਾਂ। ਠੀਕ ਹੈ, ਤਾਂ ਸ਼ਿਫਟ ਪਲੱਸ F7। F8 ਬਹੁਤ ਘੱਟ ਪੁੱਛਦੇ ਆ। ਬੇਸਿਕਲੀ ਇਹ ਹੁੰਦਾ ਵੀ ਆਪਾਂ ਵਿੰਡੋ ਨੂੰ ਸੇਫ ਮੋਡ ਦੇ ਵਿੱਚ ਚਲਾਉਣਾ ਹੋਵੇ, ਕਈ ਵਾਰੀ ਆਪਣੀ ਵਿੰਡੋ ਦੀ ਕੋਈ ਫਾਈਲ ਉੱਡ ਜਾਂਦੀ ਹੈ, ਤਾਂ ਆਪਾਂ ਵਿੰਡੋ ਨਹੀਂ ਚੱਲ ਰਹੀ ਹੁੰਦੀ, ਤਾਂ ਵਿੰਡੋ ਨੂੰ ਚਲਾਉਣ ਵਾਸਤੇ ਆਪਾਂ ਸੇਫ ਮੋਡ ਦੇ ਵਿੱਚ ਲੈ ਜਾਂਦੇ ਆ, ਤਾਂ F8। F11 ਜਿਹੜੀ ਹੁੰਦੀ ਹੈ ਰਾਜੇ, ਬੇਸਿਕਲੀ ਇਹ ਐਕਸਲ ਦੇ ਵਿੱਚ ਵਰਤੀ ਜਾਂਦੀ ਹੈ। ਤੁਸੀਂ ਮੰਨ ਲਓ ਕੋਈ ਚਾਰਟ ਇਨਸਰਟ ਕਰਨਾ, ਤੁਹਾਡੇ ਕੋਲ ਡਾਟਾ ਬਣਿਆ ਪਿਆ ਤਾਂ ਉਹਤੇ ਚਾਰਟ ਇਨਸਰਟ ਕਰਨਾ, ਤੁਸੀਂ ਕੀ ਕਰੋਗੇ, ਸ਼ਾਰਟਕਟ ਕੀ F11 ਨੱਪ ਦਿਓ, ਤਾਂ ਚਾਰਟ ਕੀ ਹੋ ਜਾਊਗਾ, ਤੁਹਾਡੀ ਐਕਸਲ ਸ਼ੀਟ ਦੇ ਵਿੱਚ ਕੀ ਹੋ ਜਾਊਗਾ, ਇਨਸਰਟ ਹੋ ਜਾਊਗਾ। ਤਾਂ ਅੱਗੇ ਗੱਲ ਕਰਦੇ ਹਾਂ, ਦੇਖੋ ਲਿਖਿਆ ਹੋਇਆ ਕਹਿੰਦਾ ਜੀ ਵਿਚ ਸ਼ਾਰਟਕਟ ਕੀਜ਼ ਯੂਜ਼ ਟੂ ਇਨਸਰਟ ਅ ਚਾਰਟ ਇਨ ਐਕਸਲ, ਤਾਂ F11। ਹੁਣ ਆ ਗਏ ਜੀ F12। F12 ਬਹੁਤ ਇੰਪੋਰਟੈਂਟ ਹੈ ਰਾਜੇ। F12 ਸਭ ਤੋਂ ਪਹਿਲਾਂ ਸੇਵ ਐਜ਼ ਡਾਇਲੌਗ ਬਾਕਸ ਖੋਲਦੀ ਹੈ। ਸਭ ਤੋਂ ਜ਼ਿਆਦਾ ਕੁਐਸਚਨ ਇਹ ਪੁੱਛਿਆ ਜਾਂਦਾ, ਸੇਵ ਐਜ਼ ਡਾਇਲੌਗ ਬਾਕਸ। ਜੇ ਮੈਂ ਗੱਲ ਕਰਾਂ ਕੰਟਰੋਲ ਪਲੱਸ F12, ਮੈਂ ਕੰਟਰੋਲ ਨਾਲ ਯੂਜ਼ ਕਰੂੰਗਾ, ਤਾਂ ਕਹਿੰਦਾ ਓਪਨ ਏ ਡਾਕੂਮੈਂਟ ਇਨ ਏ ਵਰਡ। ਤਾਂ ਵਰਡ ਦੇ ਵਿੱਚ ਓਪਨ ਕਮਾਂਡ ਜਿਹੜੀ ਹੁੰਦੀ ਹੈ, ਸਿੰਪਲ ਓਪਨ ਕਮਾਂਡ ਕੀ ਹੁੰਦੀ ਹੈ, ਕੰਟਰੋਲ ਪਲੱਸ O। ਤਾਂ ਸੇਮ ਕੰਮ ਕਰਦੀ ਹੈ ਜੋ ਕੰਟਰੋਲ ਪਲੱਸ O ਕਰਦਾ ਹੈ। ਜੇ ਮੈਂ ਸ਼ਿਫਟ ਪਲੱਸ F12 ਨੱਪ ਲੂੰਗਾ, ਕਹਿੰਦਾ ਸੇਵ ਦਾ ਮਾਈਕਰੋਸੌਫਟ ਵਰਡ। ਜੋ ਕੰਮ ਕੰਟਰੋਲ ਪਲੱਸ S ਕਰਦਾ, ਸੇਮ ਕੰਮ ਇਹ ਕਰੂਗਾ ਸ਼ਿਫਟ ਪਲੱਸ F12। ਹੁਣ ਉੱਥੇ ਲਿਖਿਆ ਹੁੰਦਾ ਭਾਈ, ਕੁਐਸਚਨ ਆ ਜਾਂਦਾ ਕਿ ਵਾਟ ਇਜ਼ ਦਾ ਸ਼ਾਰਟਕਟ ਕੀ ਟੂ ਸੇਵ ਦਾ ਵਰਡ ਡਾਕੂਮੈਂਟ। ਉਹ ਆਪਸ਼ਨ ਦੇ ਵਿੱਚ ਕੰਟਰੋਲ ਪਲੱਸ S ਹੁੰਦਾ ਨਹੀਂ। ਕਹਿੰਦੇ ਜੀ ਬੋਰਡ ਨੇ ਤਾਂ ਕੁਐਸਚਨ ਹੀ ਗਲਤ ਪਾਤਾ, ਰੌਲਾ ਪਾ ਦਿੰਦੇ ਆ ਕੇ। ਉਹ ਨਹੀਂ ਭਾਈ, ਇੱਕ ਤੋਂ ਵੱਧ ਸ਼ਾਰਟਕਟ ਕੀਜ਼ ਹੋ ਸਕਦੀਆਂ, ਇਸ ਕਰਕੇ ਇਹਦਾ ਆਨਸਰ ਹੈਗਾ ਜੀ ਸ਼ਿਫਟ ਪਲੱਸ F12। ਤਾਂ ਲੈਵਲ ਦਿਨ ਬ ਦਿਨ ਕੀ ਹੋ ਰਿਹਾ, ਅਪ ਹੋ ਰਿਹਾ। ਤੁਸੀਂ ਵੀ ਆਪਣੀ ਤਿਆਰੀ ਦਾ ਲੈਵਲ ਅਪ ਕਰ ਲਓ। ਠੀਕ ਹੈ ਜੀ। ਤਾਂ ਲਾਸਟ ਵਨ ਹੁੰਦਾ ਜੀ ਕੰਟਰੋਲ ਸ਼ਿਫਟ ਤੇ F12। ਜੋ ਕੰਮ ਤੁਸੀਂ ਕੰਟਰੋਲ ਪਲੱਸ P ਨਾਲ ਕਰਦੇ ਹੋ, ਕੰਟਰੋਲ ਪਲੱਸ P ਨਾਲ ਕੀ ਕਰਦੇ ਹੋ ਤੁਸੀਂ, ਪ੍ਰਿੰਟ ਦਾ ਡਾਕੂਮੈਂਟ ਇਨ ਦਾ ਵਰਡ। ਜੋ ਕੰਮ ਕੰਟਰੋਲ ਪਲੱਸ P ਨਾਲ ਕਰਦੇ ਹੋ, ਉਹੀ ਕੰਮ ਕੌਣ ਕਰਦਾ ਹੈ, ਕੰਟਰੋਲ ਸ਼ਿਫਟ ਤੇ F12, ਤਿੰਨੇ ਮਿਲ ਕੇ ਕਰਦੇ ਆ। ਤਾਂ ਇਹ ਸੀਗੀਆਂ ਜੀ ਤੁਹਾਡੀਆਂ ਫੰਕਸ਼ਨ ਕੀ, ਜਿਹੜੀਆਂ ਕਿ ਮੈਂ ਇਸੇ ਹੀ ਪੇਪਰ ਦੇ ਵਿੱਚ ਕਰਵਾਤੀਆਂ, ਜਿਹੜੀਆਂ ਕਿ ਮੋਸਟ ਇੰਪੋਰਟੈਂਟ ਹੈ ਰਾਜੇ। ਠੀਕ ਹੈ, ਇਹ ਜ਼ਰੂਰ ਕਰ ਲਿਓ। ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ ਜੀ। ਕਹਿੰਦਾ ਡਿਊਰਿੰਗ ਦਾ ਪ੍ਰਿੰਟਿੰਗ ਆਫ ਅ ਡਾਕੂਮੈਂਟ ਗਟਰ ਮਾਰਜਨ ਇਜ਼ ਐਡਿਡ ਟੂ। ਇਹ ਕੁਐਸਚਨ ਦੀ ਵੀ ਮੈਂ ਗਾਰੰਟੀ ਲੈ ਰਿਹਾ ਰਾਜੇ। ਇਹਦੇ ਵਿੱਚ ਦੋ ਕੁਐਸਚਨ ਪੁੱਛਦੇ ਹੁੰਦੇ, ਇੱਕ ਤਾਂ ਪੁੱਛਦੇ ਹੁੰਦੇ ਗਟਰ ਮਾਰਜਨ ਕੀ ਚੀਜ਼ ਹੈ, ਇੱਕ ਦੀ ਪੋਜੀਸ਼ਨ ਪੁੱਛਦੇ ਹੁੰਦੇ ਆ ਕਿ ਗਟਰ ਮਾਰਜਨ ਨੂੰ ਆਪਾਂ ਕਿਹੜੀ ਸਾਈਡ ਲਾ ਸਕਦੇ ਹਾਂ। ਤਾਂ ਪਹਿਲਾਂ ਆਪਾਂ ਗਟਰ ਮਾਰਜਨ ਦੀ ਗੱਲ ਕਰਦੇ ਹਾਂ ਰਾਜੇ। ਗਟਰ ਮਾਰਜਨ ਹੁੰਦਾ ਬਾਈਂਡਿੰਗ ਸਾਈਡ ਲਾਉਣ ਵਾਸਤੇ। ਆਪ ਮਾਰਜਨ ਕੀ ਹੁੰਦਾ ਰਾਜੇ, ਜਿਵੇਂ ਮੰਨ ਲਓ ਆਪਣੇ ਕੋਲ ਕੋਈ ਸ਼ੀਟ ਹੈ, ਤੁਸੀਂ ਛੋਟੇ ਹੁੰਦੇ ਪਤਾ ਕੀ ਕਰਦੇ ਸੀਗੇ, ਮਾਸਟਰ ਕੋਲੋਂ ਨੰਬਰ ਲੈਣ ਦੇ ਮਾਰੇ ਕੀ ਕਰਦੇ ਸੀਗੇ, ਸਕੇਲ ਦੇ ਨਾਲ ਇੱਧਰ ਵੀ ਲਾਈਨ ਮਾਰ ਦਿੰਦੇ ਸੀ, ਇੱਧਰ ਵੀ ਲਾਈਨ ਮਾਰ ਦਿੰਦੇ ਸੀਗੇ, ਤੇ ਵਿੱਚ ਪੇਪਰ ਦੇ ਵਿੱਚ ਆਹ ਸ਼ੀਟ ਭਰਦੇ ਸੀ, ਮੇਰੀ ਸ਼ੀਟਾਂ ਵੱਧ ਭਰਨਗਾ, ਮਾਸਟਰ ਮੈਨੂੰ ਨੰਬਰ ਵੱਧ ਦਊਗਾ। ਤਾਂ ਜਿਵੇਂ ਵਰਡ ਦੇ ਵਿੱਚ ਆਪਾਂ ਜਿਵੇਂ ਲੈਫਟ ਸਾਈਡ ਤੋਂ ਕੋਈ ਬਲੈਂਕ ਸਪੇਸ ਛੱਡ ਰਹੇ ਹਾਂ, ਉਹਨੂੰ ਕਹਿ ਦਿੰਦੇ ਆ ਲੈਫਟ ਮਾਰਜਨ। ਰਾਈਟ ਸਾਈਡ ਤੋਂ ਛੱਡਾਂਗੇ ਉਹਨੂੰ ਕਹਿ ਦਿੰਦੇ ਆ ਰਾਈਟ ਮਾਰਜਨ। ਟੌਪ ਤੋਂ ਛੱਡ ਰਹੇ ਹਾਂ ਤਾਂ ਉਹਨੂੰ ਕਹਿ ਦਿੰਦੇ ਆ ਟੌਪ ਮਾਰਜਨ। ਬਾਟਮ ਤੋਂ ਛੱਡ ਰਹੇ ਹਾਂ ਉਹਨੂੰ ਕਹਿੰਦੇ ਬਾਟਮ ਮਾਰਜਨ। ਹੁਣ ਬਟ ਜੇ ਮੈਂ ਇਸ ਸਾਈਡ ਬਾਈਂਡਿੰਗ ਕਰਾਉਣੀ ਹੈ, ਤਾਂ ਉਹਦੇ ਵਾਸਤੇ ਇੱਕ ਸਪੈਸ਼ਲ ਮਾਰਜਨ ਹੁੰਦਾ ਮੇਰੇ ਕੋਲੇ, ਉਹਨੂੰ ਕਹਿ ਦਿੰਦੇ ਆ ਗਟਰ ਮਾਰਜਨ। ਆਪਾਂ ਲੈਫਟ ਸਾਈਡ ਵੀ ਕਰ ਸਕਦੇ ਹਾਂ, ਤੇ ਇੱਕ ਆਪਾਂ ਕੀ ਕਰ ਸਕਦੇ ਹਾਂ, ਟੌਪ ਤੋਂ ਵੀ ਕਰ ਸਕਦੇ ਹਾਂ। ਆਪਾਂ ਕਿਵੇਂ ਨੋਟਬੁੱਕ ਵਾਂਗੂ ਵੀ ਇਹਨੂੰ ਕੀ ਕਰ ਸਕਦੇ ਹਾਂ, ਬਾਈਂਡ ਕਰ ਸਕਦੇ ਹਾਂ। ਤਾਂ ਗਟਰ ਮਾਰਜਨ ਬੇਸਿਕਲੀ ਹੁੰਦਾ ਬਾਈਂਡਿੰਗ ਸਾਈਡ। ਠੀਕ ਹੈ ਜੀ, ਤਾਂ ਧਿਆਨ ਰੱਖਿਓ। ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਕਿਹੜੇ ਕਿਹੜੇ ਮਾਰਜਨ ਹੁੰਦੇ ਆ। ਦੇਖੋ ਵਰਡ ਦਾ ਮੈਂ ਪੇਜ ਸੈਟਅਪ ਬਾਕਸ ਖੋਲਿਆ ਹੋਇਆ। ਪੇਜ ਸੈਟਅਪ ਬਾਕਸ ਦੇ ਵਿੱਚ ਦੇਖੋ ਤੁਸੀਂ, ਆ ਹੈਗਾ ਜੀ ਟੌਪ ਮਾਰਜਨ, ਲੈਫਟ ਮਾਰਜਨ, ਬਾਟਮ ਮਾਰਜਨ, ਰਾਈਟ ਮਾਰਜਨ। ਆ ਹੈਗਾ ਜੀ ਗਟਰ ਮਾਰਜਨ। ਤਾਂ ਗਟਰ ਮਾਰਜਨ ਕਾਹਦੇ ਵਾਸਤੇ, ਬਾਈਂਡਿੰਗ ਸਾਈਡ ਵਾਸਤੇ। ਤਾਂ ਕਿਹੜੀ ਸਾਈਡ ਹੁੰਦਾ, ਇੱਕ ਤਾਂ ਲੈਫਟ ਸਾਈਡ ਹੁੰਦਾ, ਇੱਕ ਹੁੰਦਾ ਟੌਪ ਸਾਈਡ। ਤਾਂ ਕਿਵੇਂ ਹੁੰਦਾ ਰਾਜੇ, ਤੁਹਾਨੂੰ ਮੈਂ ਦਿਖਾ ਦਿੰਦਾ। ਦੇਖੋ ਜੇ ਤਾਂ ਮੈਂ ਲੈਫਟ ਤੋਂ ਦੇਖੋ ਬਾਈਂਡ ਕਰਾਈ ਹੋਈ ਹੈ ਕਿਤਾਬ, ਤਾਂ ਲੈਫਟ ਪੋਜੀਸ਼ਨ ਹੋਊਗੀ ਇਹਦੀ। ਜੇ ਮੈਂ ਟੌਪ ਤੋਂ ਕਰਾ ਸਕਦਾ ਨੋਟਬੁੱਕ ਵਾਂਗੂ, ਤਾਂ ਟੌਪ। ਤਾਂ ਦੋਨੇ ਕੁਐਸਚਨ ਪੁੱਛੇ ਜਾ ਸਕਦੇ ਆ ਵੀ ਗਟਰ ਮਾਰਜਨ ਕੀ ਹੁੰਦਾ ਹੈ, ਬਾਈਂਡਿੰਗ ਸਾਈਡ, ਤੇ ਕਿਹੜੀ ਪੋਜੀਸ਼ਨ ਹੁੰਦੀ ਹੈ ਰਾਜੇ ਇਹਦੀ, ਟੌਪ ਤੇ ਲੈਫਟ। ਉੱਥੇ ਰਾਈਟ ਲੈਫਟ ਹੁੰਦੀ ਹੈ, ਰਾਈਟ ਟੌਪ ਹੁੰਦੀ ਹੈ, ਰਾਈਟ ਬਾਟਮ ਹੁੰਦੀ ਹੈ, ਪਤਾ ਨਹੀਂ ਲਟਰਮ ਪਟਰਮ ਕੀ ਕੁਛ ਹੁੰਦਾ। ਤਾਂ ਤੁਸੀਂ ਆਪਦੇ ਦਿਮਾਗ ਖੋਲ ਕੇ ਆਨਸਰ ਕਰਕੇ ਆਉਣਾ। ਤਾਂ ਤੁਹਾਨੂੰ ਸਾਰਾ ਕੁਝ ਕਰਾਤਾ ਜੀ। ਅਗਲੇ ਕੁਐਸਚਨ ਵੱਲ ਵਧਦੇ ਹਾਂ ਆਪਾਂ। ਆਹ ਕੁਐਸਚਨ ਨੇ ਬਹੁਤ ਭੰਬਲ ਭੁੱਸੇ 'ਚ ਪਾਇਆ ਜਨਤਾ ਨੂੰ। ਠੀਕ ਹੈ ਜੀ, ਕਿਉਂ ਪਾਇਆ, ਕਿਉਂਕਿ ਹੁਣ ਤੱਕ ਆਪਾਂ ਪੜ੍ਹਦੇ ਆਏ ਹਾਂ ਜੀ ਸਪਰੈਡਸ਼ੀਟ ਆਰ ਕ੍ਰੀਏਟਡ ਇਨ ਵਿਚ। ਤਾਂ ਆਪਾਂ ਪੜ੍ਹਦੇ ਆਏ ਹਾਂ ਜੀ ਐਕਸਲ ਦੇ ਵਿੱਚ ਹੀ ਕ੍ਰੀਏਟ ਹੁੰਦੀ ਹੈ ਸਪਰੈਡਸ਼ੀਟ, ਹੋਰ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਹੈਗਾਗਾ। ਉਹ ਨਹੀਂ ਭਾਈ, 2011 ਦੇ ਵਿੱਚ ਇੱਕ ਓਪਨ ਸੋਰਸ, ਠੀਕ ਹੈ ਜੀ, ਲਾਈਨਕਸ ਬੇਸ ਇੱਕ ਸੌਫਟਵੇਅਰ ਲਾਂਚ ਕੀਤਾ ਸੀਗਾ, ਪਰ ਉਹ ਇੰਨਾ ਸਕਸੈਸਫੁਲ ਨਹੀਂ ਹੋਇਆ। ਉਹਨੂੰ ਕਹਿ ਦਿੰਦੇ ਆ ਲਿਬਰੇ ਆਫਿਸ। ਕੀ ਕਹਿ ਦਿੰਦੇ ਆ, ਲਿਬਰੇ ਆਫਿਸ। ਤਾਂ ਇਹਦੇ ਵਿੱਚ ਜਿਹੜਾ ਲਿਬਰੇ ਕੈਲਕਸ ਹੈ, ਇਹ ਕਾਹਦੇ ਵਾਸਤੇ ਵਰਤਿਆ ਜਾਂਦਾ, ਸੇਮ ਕੰਮ ਕਰਦਾ ਜੋ ਐਕਸਲ ਕਰਦਾ ਹੈ। ਤਾਂ ਲਿਬਰੇ ਆਫਿਸ ਕੈਲਕਸ, ਠੀਕ ਹੈ ਜੀ, ਇਹ ਵਰਤਿਆ ਗਿਆ ਸੀਗਾ। ਤਾਂ ਤਿਆਰੀ ਦਾ ਲੈਵਲ ਅਪ ਕਰਨਾ ਭਾਈ। ਜੇ ਕੰਪਿਊਟਰ ਦੀ ਤਿਆਰੀ ਕਰਨੀ ਹੈ, ਤੁਹਾਨੂੰ ਫਿਰ ਮੇਰੇ ਚੈਨਲ ਤੇ ਆਉਣਾ ਪਊਗਾ। ਤਾਂ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ, ਤਾਂ ਜੋ ਹੋਰ ਭੈਣ ਭਰਾਵਾਂ ਨੂੰ ਕੀ ਹੋ ਜਾਵੇ, ਹੈਲਪ ਹੋ ਜਾਵੇ। ਤਾਂ ਕਹਿੰਦੇ ਆ ਬਾਬਾ ਨਾਨਕ ਕਹਿੰਦਾ ਕਰ ਭਲਾ ਹੋ ਭਲਾ। ਇਹ ਨਹੀਂ ਸੋਚਣਾ ਵੀ ਅਸੀਂ ਅੱਗੇ ਸ਼ੇਅਰ ਨਹੀਂ ਕਰਨਾ, ਵੀ ਅਸੀਂ ਪੜ੍ਹ ਲਈਏ ਦੂਜਾ ਨਾ ਪੜ੍ਹੇ। ਇਦਾਂ ਦੀ ਸੋਚ ਨਹੀਂ ਰੱਖਣੀ, ਕਿ ਸੋਚ ਉੱਚੀ ਰੱਖੋਗੇ ਤਾਂ ਉੱਚੀ ਚੀਜ਼ ਹੀ ਮਿਲੂਗੀ। ਠੀਕ ਹੈ ਜੀ। ਤਾਂ ਗੱਲ ਕਰਦੇ ਹਾਂ ਜੀ ਲਿਬਰੇ ਆਫਿਸ ਦੇ ਵਿੱਚ ਅਗਰ ਪੁੱਛ ਲਵੇ ਆਪਾਂ ਨੂੰ ਪਾਵਰ ਪੁਆਇੰਟ ਕੀ ਕੰਮ ਕਰਦਾ ਹੈ, ਠੀਕ ਹੈ, ਪਾਵਰ ਪੁਆਇੰਟ ਨੂੰ ਕੀ ਕਹਿੰਦੇ ਆ, ਤਾਂ ਆਪਾਂ ਤੁਹਾਨੂੰ ਕਰਾ ਦਿੰਦੇ ਹਾਂ।
ਤਾਂ ਦੇਖੋ ਜੀ ਲਿਬਰੇ ਆਫਿਸ ਦੇ ਵਿੱਚ ਜੇ ਮੈਂ ਵਰਡ ਦੀ ਗੱਲ ਕਰਾਂ ਉੱਥੇ ਵਰਡ ਨੂੰ ਕਹਿ ਦਿੰਦੇ ਆ ਰਾਈਟਰ, ਜਿਵੇਂ ਆਪਾਂ ਐਮਐਸ ਵਰਡ ਕਹਿੰਦੇ ਆ ਉੱਥੇ ਲਿਬਰੇ ਲਿਬਰੇ ਰਾਈਟਰ ਕਹਿੰਦੇ ਆ। ਠੀਕ ਹੈ, ਜੇ ਐਕਸਲ ਵਾਲਾ ਜਿਹੜਾ ਕੰਮ ਉਹਨੂੰ ਕਹਿ ਦਿੰਦੇ ਲਿਬਰੇ ਕੈਲਕੂਲਸ। ਠੀਕ ਹੈ ਜੀ, ਸੇਮ ਕੰਮ ਜੋ ਆਪਾਂ ਪਾਵਰ ਪੁਆਇੰਟ ਕਰਦੇ ਤੁਹਾਨੂੰ ਕਹਿ ਦਿੰਦੇ ਲਿਬਰੇ ਇੰਪ੍ਰੈਸ। ਠੀਕ ਹੈ ਜੀ, ਠੀਕ ਹੈ, ਤਾਂ ਆਹ ਛੱਡ ਦੋ, ਡਰੌਪ ਪੇਂਟਿੰਗ ਵਾਸਤੇ ਹੁੰਦਾ, ਠੀਕ ਹੈ, ਮੈਥ ਵਾਸਤੇ ਇੱਕ ਸਪੈਸ਼ਲ ਹੁੰਦਾ ਐਪਲੀਕੇਸ਼ਨ। ਤਾਂ ਡਾਟਾਬੇਸ ਵਾਸਤੇ ਜਿਵੇਂ ਆਪਾਂ ਐਮਐਸ ਆਫਿਸ ਦੇ ਵਿੱਚ ਕੀ ਯੂਜ਼ ਕਰਦੇ ਆ, ਐਮਐਸ ਅਸੈਸ ਯੂਜ਼ ਕਰਦੇ ਆ। ਠੀਕ ਹੈ, ਉੱਥੇ ਕੀ ਕਹਿ ਦਿੰਦੇ ਆ ਜੀ, ਬੇਸ। ਤਾਂ ਸਾਰੇ ਯਾਦ ਰੱਖ ਲਿਓ, ਜ਼ਰੂਰੀ ਨਹੀਂ ਕਿ ਕੈਲਕੂਲਸ ਹੀ ਪੁੱਛੂਗਾ, ਕੈਲਕੂਲਸ ਤੋਂ ਇਲਾਵਾ ਵਰਡ ਬਾਰੇ ਪੁੱਛ ਸਕਦਾ ਹੈ, ਪਾਵਰ ਪੁਆਇੰਟ ਬਾਰੇ, ਠੀਕ ਹੈ ਜੀ, ਡਰਾ ਪੇਂਟਿੰਗ ਬਾਰੇ, ਠੀਕ ਹੈ ਜੀ, ਮੈਥ ਫੰਕਸ਼ਨ ਬਾਰੇ ਤਾਂ ਨਹੀਂ ਪੁੱਛਦਾ ਚਲੋ ਕਿਉਂਕਿ ਇਹ ਅਲੱਗ ਚੀਜ਼ ਹੈ, ਤੇ ਤੁਹਾਨੂੰ ਪੁੱਛ ਸਕਦਾ ਜੀ ਅਸੈਸ ਬਾਰੇ। ਤਾਂ ਸਾਰੇ ਯਾਦ ਰੱਖ ਲੈਣੇ ਨੇ ਲਿਬਰੇ ਆਫਿਸ। ਠੀਕ ਹੈ ਜੀ, ਇਹ ਆਇਆ ਸੀਗਾ 2011 ਦੇ ਵਿੱਚ, ਓਪਨ ਸੋਰਸ ਸੀਗਾ। ਆਹ ਕੁਐਸਚਨ ਤਾਂ ਬਹੁਤ ਸੌਖਾ ਜੀ, ਇਹ ਕੁਐਸਚਨ ਤਾਂ ਮੈਨੂੰ ਲੱਗਦਾ ਇਹਨਾਂ ਨੇ ਨਾ ਪੇਟੈਂਟ ਕਰਾ ਲਿਆ ਆਪਣੇ ਪੀਟੀਆਰ+ ਬੋਰਡ ਨੇ। ਮੈਨੂੰ ਲੱਗਦਾ ਵੀ ਪਿਛਲੇ ਸਾਲ ਕੋਈ ਪੇਪਰ ਨਹੀਂ ਸੀਗਾ ਜਿਸ 'ਚ ਨਾ ਆਇਆ ਹੋਵੇ, ਤਾਂ ਇੱਕ ਨੰਬਰ ਪੱਕਾ ਕਰੋ ਆਪਣਾ। ਕਹਿੰਦਾ ਜੀ ਵਿਚ ਸਿੰਬਲ ਇਜ਼ ਯੂਜ਼ਡ ਇਨ ਦਾ ਐਮਐਸ ਐਕਸਲ ਟੂ ਸਟਾਰਟ ਫਾਰਮੂਲਾ, ਤਾਂ ਮੈਂ ਤਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦੇ ਭਾਈ। ਇਕੁਅਲ ਟੂ ਸਿੰਬਲ ਹੁੰਦਾ ਹੈ, ਕਿਹੜਾ ਸਿੰਬਲ ਹੁੰਦਾ ਹੈ, ਇਕੁਅਲ ਟੂ, ਇਹਨੂੰ ਕਹਿ ਦਿੰਦੇ ਆ ਇਕੁਅਲ ਟੂ। ਠੀਕ ਹੈ ਜੀ, ਕਈ ਵਾਰੀ ਇਦਾਂ ਲਿਖਿਆ ਹੁੰਦਾ, ਬੱਚੇ ਉੱਥੇ ਭੁਲੇਖਾ ਖਾ ਜਾਂਦੇ ਆ, ਕਈ ਵਾਰੀ ਵਰਡ ਦੇ ਵਿੱਚ ਲਿਖ ਦਿੰਦੇ ਆ, ਕਈ ਵਾਰੀ ਸਿੰਬਲ ਪਾ ਦਿੰਦੇ ਆ। ਤਾਂ ਇਕੁਅਲ ਟੂ ਸਿੰਬਲ ਦੇ ਨਾਲ ਫਾਰਮੂਲਾ ਤੇ ਫੰਕਸ਼ਨ, ਕਈ ਵਾਰੀ ਫਾਰਮੂਲਾ ਲਿਖ ਦਿੰਦੇ ਆ, ਕਈ ਵਾਰ ਲਿਖ ਦਿੰਦੇ ਆ ਫੰਕਸ਼ਨ। ਚਾਹੇ ਫਾਰਮੂਲਾ ਲਿਖ ਦੇਣ, ਚਾਹੇ ਲਿਖ ਦੇਣ ਫੰਕਸ਼ਨਸ ਲਿਖ ਦੇਣ, ਦੋਨੇ ਕੀ ਇਕੁਅਲ ਟੂ ਨਾਲ ਸਟਾਰਟ ਹੁੰਦੇ ਆ। ਅੱਗੇ ਗੱਲ ਕਰਦੇ ਆ, ਕਹਿੰਦਾ ਜੀ ਸਪੋਜ਼ ਐਕਟਿਵ ਸੈਲ ਇਨ ਦਾ ਸਪਰੈਡਸ਼ੀਟ ਇਜ਼ J10, ਕਹਿੰਦਾ what will be the active cell if you press the enter। ਤਾਂ ਸੌਖਾ ਜੀ, ਆਪਾਂ ਜਿਵੇਂ ਮੰਨ ਲਓ J10 ਤੇ ਖੜੇ ਆ ਤਾਂ ਆਪਾਂ J11 ਤੇ ਆ ਜਾਾਂਗੇ। ਚਲੋ ਮੈਂ ਕਰਕੇ ਦਿਖਾ ਦਿੰਦਾ ਭਾਈ ਤੁਹਾਨੂੰ J10 ਤੇ J11, ਕਿਤੇ ਦਿਮਾਗ ਤੁਹਾਡੇ ਰਹਿ ਨਾ ਜਾਵੇ ਕਿਉਂਕਿ ਇਹ ਚੀਜ਼ਾਂ ਪ੍ਰੈਕਟੀਕਲ ਕਰਨ ਵਾਲੀਆਂ ਹੁੰਦੀਆਂ। ਤਾਂ ਮੈਂ ਚੱਲਦਾ ਜੀ ਤੁਹਾਨੂੰ ਦਿਖਾਉਣਾ, ਐਕਸਲ ਖੋਲ ਲਵਾਂ, ਕਿੱਥੇ ਖੋਲਣਾ, ਆਹੀ ਖੋਲ ਲੈਣਾ। ਠੀਕ ਹੈ, ਫਾਰਮੂਲੇ ਵਾਲਾ। ਮੰਨ ਲਓ ਕੀ ਆ ਜੀ, ਆ ਦੇਖੋ ਮੈਂ ਖੜਾ ਜੀ J10 ਤੇ। ਠੀਕ ਹੈ, J10 ਲੈ ਲੈਣੇ ਆਪਾਂ, ਆ ਰਿਹਾ ਜੀ J10। ਮੈਂ ਥੋੜਾ ਜਿਹਾ ਕਰ ਲੈਣਾ ਸਕਰੀਨ ਨੂੰ ਵੱਡਾ। ਠੀਕ ਹੈ ਜੀ, ਸਕਰੀਨ ਨੂੰ ਮੈਂ ਕਰ ਲਿਆ ਵੱਡਾ, ਤੇ ਆਪਾਂ ਚੱਲਦੇ ਆ ਜੀ J10 ਤੇ। ਇਹ ਹੈਗਾ ਜੀ J10। ਠੀਕ ਹੈ ਜੀ, ਆਹ ਦੇਖੋ J10 ਕਿਵੇਂ ਆ, ਆ ਦੇਖੋ, ਦੇਖੋ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਹੋਊਗਾ J10। ਤਾਂ J10 ਤੋਂ ਬਾਅਦ ਮੈਂ ਐਂਟਰ ਮਾਰਦਾ, ਕਿਸੇ ਚਲੇ ਜਾਵਾਂਗੇ ਆਪਾਂ J11 ਦੇ ਵਿੱਚ। ਆ ਦੇਖੋ ਪਹਿਲਾਂ ਕਿੱਥੇ ਖੜੇ ਸੀ ਆਪਾਂ, 10 ਤੇ ਖੜੇ ਸੀਗੇ, ਇੱਧਰ ਧਿਆਨ ਦਿਓ, ਦੇਖੋ 10 ਤੇ ਖੜੇ ਸੀਗੇ, ਜਦੋਂ ਮੈਂ ਐਂਟਰ ਮਾਰਿਆ ਤਾਂ ਐਂਟਰ ਤੇ ਮਾਰਿਆ ਮੈਂ ਚਲਾ ਗਿਆ J11 ਦੇ ਵਿੱਚ। ਤਾਂ ਆਹੀ ਕੁਐਸਚਨ ਆਪਾਂ ਨੂੰ ਪੁੱਛੀ ਜਾ ਰਿਹਾ। ਉਹ ਤਾਂ ਸਿੰਪਲ ਸੀਗਾ, ਬਟ ਉਹਦੇ ਵਾਸਤੇ ਸਿੰਪਲ ਸੀਗਾ ਜਿਹਨੇ ਕਦੇ ਪ੍ਰੈਕਟੀਕਲ ਖੋਲ ਕੇ ਦੇਖਿਆ ਹੋਊਗਾ ਐਕਸਲ, ਜਿਹਨੇ ਕਦੇ ਸਪਰੈਡਸ਼ੀਟ ਖੋਲ ਕੇ ਨਹੀਂ ਦੇਖੀ ਉਹ ਨਹੀਂ ਜਵਾਬ ਦੇ ਸਕਦਾ ਸੀਗਾ। ਤਾਂ J10 ਤੋਂ ਬਾਅਦ ਕੀ ਆ ਜਾਊਗਾ ਜੀ, J11 ਆ ਜਾਊਗਾ, ਆਪਾਂ ਐਂਟਰ ਮਾਰਾਂਗੇ। ਓਕੇ ਆ ਜੀ, ਤਾਂ ਚੱਲਦੇ ਆ ਜੀ, ਆਪਾਂ ਉੱਪਰ ਚੱਲਦੇ ਆ। ਕਹਿੰਦਾ ਜੀ ਆਹ ਦੋਨੇ ਕੁਐਸਚਨ ਮੈਂ ਕਰਵਾਏ ਹੋਏ ਰਾਜੇ, ਇਹ ਵੀ ਪੁੱਛੇ ਜਾਂਦੇ ਬਹੁਤ ਵਾਰੀ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਡਿਫਾਈਨਡ ਬਾय ਦਾ ਹੈਂਡ ਆਊਟ ਮਾਸਟਰ। ਹੈਂਡ ਆਊਟ ਮਾਸਟਰ ਕੀ ਹੁੰਦਾ ਰਾਜੇ, ਤੁਹਾਨੂੰ ਮੈਂ ਦੱਸਿਆ ਕਿ ਮੈਂ ਕਿਤੇ ਪ੍ਰੈਜੈਂਟੇਸ਼ਨ ਦੇਣ ਜਾਣੀ ਆ ਤਾਂ ਮੈਂ ਆਪਣੀ ਆਡੀਅנס ਨੂੰ ਕੀ ਕਰਨਾ, ਪ੍ਰਿੰਟ ਆਊਟ ਕੱਢ ਕੇ ਦੇਣੇ ਆ ਜੋ ਮੈਂ ਉੱਥੇ ਬੋਲਣਾ ਹੈ। ਠੀਕ ਹੈ, ਇਹ ਆਪਾਂ ਨੂੰ ਕਹਿ ਦਿੰਦੇ ਹੈਂਡ ਆਊਟ ਮਾਸਟਰ। ਤਾਂ ਇਹ ਬੇਸਿਕਲੀ ਹੁੰਦਾ ਕੀ ਰਾਜੇ, ਲੇ ਆਊਟ ਆਫ ਦਾ ਹੈਂਡ ਆਊਟ, ਲੇ ਆਊਟ ਆਫ ਹੈਂਡ ਆਊਟ। ਹੈਂਡ ਆਊਟ ਹੁੰਦੇ ਕੀ ਬਾਈ, ਦਿਖਾਈ ਦਵਾਂ ਇੱਕ ਵਾਰੀ, ਫਿਰ ਜਿਹੜੇ ਬੱਚੇ ਕਈ ਵਾਰ ਨਵੇਂ ਜੁੜਦੇ ਆ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀਗੀ। ਤਾਂ ਵਿਊ ਦੇ ਵਿੱਚ ਜਾ ਕੇ ਦੇਖੋਗੇ ਰਾਜੇ, ਆਹ ਹੁੰਦਾ ਜੀ ਹੈਂਡ ਆਊਟ ਮਾਸਟਰ। ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਤਾਂ ਇਹ ਲੇਆਊਟ ਦਿਖਾ ਦਿੰਦਾ ਆਪਾਂ ਨੂੰ। ਦੇਖੋ ਬਾਈ ਡਿਫਾਲਟ 6 ਆ ਰਹੀਆਂ, ਤਾਂ ਮੈਂ ਚੇਂਜ ਕਰ ਸਕਦਾ ਅਕੋਰਡਿੰਗ ਟੂ ਨੀਡ, 2 ਵੀ ਲਿਆ ਸਕਦਾ, 3 ਵੀ ਲਿਆ ਸਕਦਾ, 4 ਵੀ ਲਿਆ ਸਕਦਾ। ਮਤਲਬ ਜਿਵੇਂ ਮੈਂ 4 ਸਲਾਈਡ ਲਿਆ ਆ, ਤੇ ਇਹਨੂੰ ਕਹਿ ਦਿੰਦੇ ਆ ਜੀ ਹੈਂਡ ਆਊਟ ਮਾਸਟਰ। ਤਾਂ ਕਲੀਅਰ ਹੈ ਜੀ। ਤਾਂ ਇਹ ਤੁਹਾਡਾ ਇਹਦੇ 'ਚ ਹੁੰਦਾ, ਥੋੜਾ ਪਾਵਰ ਪੁਆਇੰਟ ਦੇ ਵਿੱਚ ਵੀ ਹੁੰਦਾ। ਠੀਕ ਹੈ, ਤਾਂ ਪਾਵਰ ਪੁਆਇੰਟ ਦੇ ਵਿੱਚ ਯੂਜ਼ ਕੀਤਾ ਜਾਂਦਾ, ਲੇਆਊਟ ਹੈਂਡ ਆਊਟ ਕਹਿੰਦੇ ਇਹਨੂੰ। ਅੱਗੇ ਗੱਲ ਕਰਦੇ ਆ, ਇਹਦੇ ਨਾਲ ਰਿਲੇਟਡ ਕੁਐਸਚਨ ਹੈ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪ੍ਰੋਵਾਈਡ ਦਾ ਮੀਨਸ ਆਫ ਦਾ ਪ੍ਰਿੰਟਿੰਗ ਆਊਟ ਫੀਚਰ ਨੋਟਸ ਵਿਦ ਦਾ ਮਿਨੀਏਚਰ ਸਲਾਈਡ ਔਨ ਦਾ ਪ੍ਰਿੰਟਡ ਪੇਜ। ਤਾਂ ਕਹਿਣ ਦਾ ਮਤਲਬ ਇਹਦੇ ਬਾਰੇ ਗੱਲ ਕਰ ਰਿਹਾ ਕਿ ਤੁਸੀਂ ਹਾਰਡ ਕਾਪੀ ਕੱਢਣੀ ਆ, ਪ੍ਰਿੰਟਿੰਗ ਕੱਢਣੀ ਆ, ਤੇ ਕਿੱਥੇ ਕੱਢੋਗੇ, ਤਾਂ ਉਹਦੇ ਵਾਸਤੇ ਹੁੰਦਾ ਰਾਜੇ ਆਡੀਅנס ਹੈਂਡ ਆਊਟ। ਕੀ ਹੁੰਦਾ ਜੀ, ਆਡੀਅנס ਹੈਂਡ ਆਊਟ। ਤਾਂ ਸਾਰੇ ਕਿਹੜੇ ਕਿਹੜੇ ਵਿਊ ਹੁੰਦੇ ਆ ਵੀ ਯਾਦ ਰੱਖ ਲੈਣਾ ਰਾਜੇ। ਨੋਟ ਪੇਜ ਵਿਊ ਹੁੰਦਾ ਹੈ, ਠੀਕ ਹੈ, ਆਊਟਲਾਈਨ ਵਿਊ ਹੁੰਦਾ, ਸਲਾਈਡ ਸੌਰਟਰ ਵਿਊ ਹੁੰਦਾ। ਤਾਂ ਵਿਊ ਵੀ ਤੁਹਾਨੂੰ ਮੈਂ ਦਿਖਾ ਦਿੰਦਾ, ਠੀਕ ਹੈ, ਇੱਕ ਵਾਰੀ। ਤਾਂ ਵਿਊ ਵੀ ਜਰੂਰ ਦੇਖ ਲਓ, ਵਿਊ ਤੋਂ ਵੀ ਬਹੁਤ ਕੁਐਸਚਨ ਪੁੱਛਦੇ ਆ। ਸਲਾਈਡ ਸੌਰਟਰ ਵਿਊ ਮੈਂ ਪਿਛਲੀ ਵਾਰ ਵੀ ਦਿਖਾਇਆ ਸੀ ਤੁਹਾਨੂੰ। ਤਾਂ ਵਿਊ ਕਿਹੜੇ ਕਿਹੜੇ ਹੁੰਦੇ ਆ, ਤਾਂ ਆ ਦੇਖੋ ਜੀ, ਨਾਰਮਲ ਵਿਊ, ਆਊਟਲਾਈਨ ਵਿਊ, ਸਲਾਈਡ ਸੌਰਟਰ ਵਿਊ, ਨੋਟ ਪੇਜ ਵਿਊ ਤੇ ਰੀਡਿੰਗ ਵਿਊ। ਇੰਨੇ ਵਿਊ ਹੁੰਦੇ ਆਪਣੇ ਇਹਦੇ ਵਿੱਚ, ਆਪਣੇ ਪਾਵਰ ਪੁਆਇੰਟ ਦੇ ਵਿੱਚ, ਚਾਹੇ ਕਿਹੜਾ ਮਰਜ਼ੀ ਵਰਜ਼ਨ ਹੈ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਪਸੰਦ ਆਇਆ ਹੋਊਗਾ ਭਾਈ। ਹੱਥ ਜੋੜ ਕੇ ਤੁਹਾਨੂੰ ਧੰਨਵਾਦ, ਕਿਉਂਕਿ ਤੁਸੀਂ ਟਾਈਮ ਕੱਢਿਆ, ਮੈਨੂੰ ਸੁਣਿਆ, ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਰਮਾਤਮਾ ਮਿਹਰ ਕਰੇ। ਜਿਵੇਂ ਆਪਣੇ ਪਟਵਾਰੀ ਬੱਚੇ ਬਹੁਤ ਸਿਲੈਕਟ ਹੋਏ ਆ, ਤੁਸੀਂ ਸਾਰੇ ਸਿਲੈਕਟ ਹੋਵੋ ਕਿਸੇ ਨਾ ਕਿਸੇ ਜੌਬ ਦੇ ਵਿੱਚ। ਹੁਣ ਦੇਖੋ ਕਿੰਨੀਆਂ ਜੌਬਸ ਆ ਰਹੀਆਂ ਬਲਕ ਦੇ ਵਿੱਚ, ਤਾਂ ਬਹੁਤ ਵਧੀਆ ਮੌਕਾ ਹੈ। ਪਰਮਾਤਮਾ ਮਿਹਰ ਕਰੇ, ਤੁਸੀਂ ਦਿਨ ਰਾਤ ਮਿਹਨਤ ਕਰੋ ਤੇ ਅਸੀਂ ਤੁਹਾਡਾ ਸਾਥ ਦਈਏ। ਦੇਖੋ ਮੈਂ ਤਾਂ ਇੱਕ ਜਰੀਆ ਬੇਟੇ, ਮਿਹਨਤ ਤੁਸੀਂ ਕਰਨੀ ਆ, ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਤਾਂ ਪਲੀਜ਼ ਤੁਸੀਂ ਮੈਨੂੰ ਬੂਸਟ ਅਪ ਕਰਨ ਵਾਸਤੇ ਵੀਡੀਓ ਨੂੰ ਲਾਈਕ ਕਰ ਦਿਓ। ਜੇ ਵਧੀਆ ਲੱਗੂਗੀ, ਤੁਹਾਡੀ ਨੌਲੇਜ ਗੇਨ ਹੋਈ ਹੈ, ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕਰ ਭਲਾ ਹੋ ਭਲਾ, ਤੇ ਕਮੈਂਟ ਕਰ ਦਿਆ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਵੀ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ। ਤੁਹਾਡੇ ਕਿੰਨੇ ਕੁਐਸਚਨ ਠੀਕ ਸੀ, ਤੁਹਾਨੂੰ ਕਿੰਨੇ ਆਉਂਦੇ ਸੀ, ਕਿੰਨੇ ਨਵੇਂ ਪਤਾ ਲੱਗੇ। ਤੇ ਸਬਸਕ੍ਰਾਈਬ ਕਰ ਲਿਓ, ਕਿਉਂਕਿ ਆ ਬੈਲ ਆਈਕਨ ਜੀ ਨੱਪ ਲਿਓ, ਘੰਟੀ ਜੀ ਮਾਰ ਦਿਓ, ਉਹਦੇ ਉੱਪਰ ਲਿਖਿਆ ਆ ਜਾਊਗਾ ਆਲ। ਆਲ ਦਾ ਮਤਲਬ ਕੀ ਹੈ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਪਾਉਂਗਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗੀ। ਤਾਂ ਸ਼ੁਕਰੀਆ ਜੀ, ਧੰਨਵਾਦ।